तुमरे गुण क्या कहाँ मेरे सतगुरा। जब गुर बोलह तब बिस्म होए जाए। हम जैसे अपराधी अबर कोई राखै। जैसे हम सतगुर राख लिए छड़ाए। तू गुर पिता तू है गुर माता। तू गुर बंदप मेरा सखा सखाए। जो हमरी बिद होती मेरे सतगुरा। सा बिद तुम हर जानो हो आपे। हम रुलते फिरते कोई बात न पूछता। गुर सतगुर संग कीरे हम थपे। बेशुमार अथाह अगनत अतुल। ज्यों बुलावो त्यों नानक दास बोलै। सतनाम वाहिगुरु साहिब जीओ। नमो नृत नृते नमो नाद नादे। नमो पान पाने नमो बाद बादे। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਭਗਤ ਵਛਲ ਦੀਨ ਰਖਸ਼ਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨੰ। ਸੱਚੇ ਪਾਤਸ਼ਾਹ ਹਜ਼ੂਰ ਜੀ ਦੀ ਅਗਮੀ ਬਾਣੀ ਮਹਾਰਾਜ ਜੀ ਦੀ ਆਪ ਜੀ ਨੇ ਉਸਤਤ ਕੀਰਤਨ ਰੂਪ ਦੇ ਵਿੱਚ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤੀ ਹੈ। ਆਓ ਜੀ ਹੁਣ ਬਖਸ਼ੋ ਅਸੀਸ ਜਿਹੜੀ ਜਾਪ ਸਾਹਿਬ ਦੀ ਵਿਚਾਰ ਜਿਹੜੀ ਨਿਤਨੇਮ ਦੀ ਬਾਣੀਆਂ ਵਿੱਚੋਂ ਦੂਸਰੀ ਬਾਣੀ ਹੈ। ਇਸ ਬਾਣੀ ਦੇ ਵਿੱਚ ਭੁਜੰਗ ਪ੍ਰਿਆਤ ਛੰਦ, ਕਿਉਂਕਿ 21 ਛੰਤ ਨੇ, 21 ਛੰਤ ਵਿੱਚੋਂ 6 ਛੰਤ ਭੁਜੰਗ ਪ੍ਰਿਆਦ ਹੀ ਨੇ। ਇਹਦੇ ਵਿੱਚੋਂ ਅਸੀਂ ਭੁਜੰਗ ਪ੍ਰਿਆਦ ਛੰਦ ਦੀ ਆਰੰਭਤਾ ਕੀਤੀ ਸੀ। ਭੁਜੰਗ ਦਾ ਅਰਥ ਹੁੰਦਾ ਹੈ ਸੱਪ ਦੀ ਚਾਲ, ਸੱਪ। ਪ੍ਰਿਆਤ ਚਾਲ ਨੂੰ ਕਿਹਾ ਜਾਂਦਾ ਹੈ। ਭੁਜੰਗ ਪ੍ਰਿਆਤ ਛੰਦ ਦਾ ਭਾਵ ਹੈ ਕਿ ਸੱਪ ਦੀ ਚਾਲ ਵਾਲਾ ਚੱਲਣ ਵਾਲਾ ਛੰਤ। ਨਮੋ ਸਰਬ ਮਾਨੇ, ਉਹਨੂੰ ਸਭ ਮੰਨਦੇ ਨੇ, ਸਮਸਤੀ ਨਿਧਾਨੇ ਸਾਰਿਆਂ ਵਿੱਚ ਹੈ। ਨਮੋ ਦੇਵ ਦੇਵੇ, ਦੇਵਤਿਆਂ ਦਾ ਦੇਵ ਹੈ। ਦੇਵ ਦਿਵਯ, ਦਿਵਯ ਅਸੀਂ ਅੱਖਰ ਅਰਥ ਸਮਝਿਆ ਸੀ। ਦਿਵਯ ਕਿਉਂ ਕਹਿੰਦੇ ਆ, ਦੀਵਾ ਕਿਉਂ ਕਹਿੰਦੇ ਆ, ਦਿਨ ਕਿਉਂ ਕਹਿੰਦੇ ਆ। ਚਾਨਣ ਨੂੰ ਦੇਵ ਆਖਿਆ ਗਿਆ। ਦੀਵਾ ਚਾਨਣ ਤੋਂ ਬਣਿਆ, ਦਿਵਯ ਚਾਨਣ ਤੋਂ ਬਣਿਆ। ਰਾਤ ਅਤੇ ਦਿਨ, ਦਿਨ ਵੀ ਦਾ, ਦਿਨ ਦਾ ਭਾਵ ਹੁੰਦਾ ਚਾਨਣ। ਦੇਵ ਦਾ ਮਤਲਬ ਚਾਨਣਾ ਦਾ ਮਹਾ ਚਾਨਣ ਹੈ, ਸਭ ਨੂੰ ਰੋਸ਼ਨ ਕਰਨ ਵਾਲਾ ਹੈ। ਅਭੇਖੀ, ਕੋਈ ਭੇਖ ਨਹੀਂ ਆ ਉਹਦਾ। ਅਭੇਵੇ, ਉਹਦਾ ਕੋਈ ਭੇਤ ਨਹੀਂ ਪਾ ਸਕਦਾ ਉਹਦੇ ਦਿਲ ਵਿੱਚ ਕੀ ਚੱਲ ਰਿਹਾ। ਨਮੋ ਕਾਲ ਕਾਲੇ, ਕਹਿੰਦੇ ਸਾਰੇ ਕਾਲਾਂ ਦਾ ਕਾਲ ਹੈ ਕਿ ਮੌਤ ਨੂੰ ਵੀ ਉਹ ਮੌਤ ਪਾ ਸਕਦਾ। ਕਾਲ ਦਾ ਵੀ ਕਾਲ ਹੈ। ਨਮੋ ਸਰਬ ਪਾਲੇ, ਸਭ ਨੂੰ ਪਾਲਣ ਵਾਲਾ। ਨਮੋ ਸਰਬ ਗਾਉਣੇ, ਸਾਰੀ ਥਾਂ 'ਤੇ ਉਹ ਜਾ ਸਕਦਾ। ਉਹਨੂੰ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ, ਉਹਦੇ ਲਈ ਕੋਈ ਬਾਉਂਡਰੀ ਨਹੀਂ ਹੈ। ਸਭ ਉਹਨੇ ਬਣਾਇਆ, ਸਭ ਥਾਂ 'ਤੇ ਹੈ। ਨਮੋ ਸਰਬ ਭਉਣੇ, ਸਾਰੇ ਭਵਨਾਂ ਵਿੱਚ ਹੈ। ਅਨੰਗੀ ਅਨਾਥੇ, ਅੰਗਾਂ ਤੋਂ ਨਿਰਲੇਪ ਹੈ। ਅਨਾਥ ਭਾਵ ਕਿ ਉਹਨੂੰ ਕੋਈ ਨੱਥਣ ਵਾਲਾ ਨਹੀਂ ਹੈ। ਅਨਾਥੇ ਦਾ ਮਤਲਬ ਹੈ ਕਿ ਸਾਰੇ ਅਸੀਂ ਨੱਖ ਨੱਥ ਖਸਮ ਹੱਥ ਕਿਰਤ ਧੱਕੇ ਦੇ ਨੱਥੇ ਪਏ ਹਾਂ ਉਹਦੇ ਹੁਕਮ ਦੇ, ਪਰ ਉਹ ਅਨਾਥ, ਉਹਦੇ ਸਿਰ 'ਤੇ ਕੋਈ ਨਹੀਂ ਹੈ। ਉਹ ਆਪਣੇ ਆਪ ਤੋਂ ਹੀ ਹੈ, ਸਭ ਕੁਛ ਹੈ। ਅੱਗੇ ਜ਼ਿਕਰ ਕੀਤਾ ਨ੍ਰਿਸੰਗੀ ਪ੍ਰਮਾਥੇ। ਨ੍ਰਿਸੰਗੀ ਸੰਗ ਦੀ ਉਹਨੂੰ ਕੋਈ ਮੁਹਤਾਜਗੀ ਨਹੀਂ ਹੈ। ਪ੍ਰਮਾਥੇ ਦਾ ਮਤਲਬ ਹੈ ਨਾਸ਼ ਕਰਨ ਵਾਲਾ। ਇਸ ਕਰਕੇ ਪ੍ਰਮਾਥੇ ਦੇ ਅਰਥ ਨਹੀਂ ਕੀਤੇ ਸਨ, ਕਿਉਂਕਿ ਇਹ ਅੱਗੇ ਵੀ ਕਈ ਵਾਰੀ ਦੁਹਰਾ 'ਚ ਆਏਗਾ ਅੱਖਰ। ਪ੍ਰਮਾਥ ਦਾ ਮਤਲਬ ਹੈ ਮਾਰ ਦੇਣਾ, ਮੱਥ ਦੇਣਾ। ਮੱਥਨ ਤੋਂ ਇਹ ਲਫ਼ਜ਼ ਬਣਿਆ। ਪ੍ਰਮਾ ਦਾ ਪਰਲੋਹ, ਪਾਪਾ ਲਫ਼ਜ਼ ਪਰਲੋ ਲਈ ਹੈ, ਮਾਥੇ, ਕਿ ਉਹ ਖ਼ਤਮ ਕਰ ਸਕਦਾ, ਉਹ ਸਭ ਨੂੰ ਮਾਰ ਸਕਦਾ। ਨਮੋ ਭਾਨ ਭਾਨੇ, ਸੂਰਜਾਂ ਦਾ ਸੂਰਜ ਹੈ।
ਭਾਨ ਵੈਸੇ ਭਾਨ ਅਰਥ ਭਿੱਤ ਵਿੱਚੋਂ ਵੀ ਨਿਕਲਿਆ। ਇਹਦਾ ਮਤਲਬ ਹੈ ਭੋਜਨ, ਸਾਰਿਆਂ ਨੂੰ ਭਰਨ ਵਾਲਾ ਵੀ ਉਹ ਹੈ। ਸੰਪਰਦਾਇ ਟੀਕੇ ਦੇ ਅਰਥ ਕਰਦੇ ਹੈ, ਪਰ ਢੁਕਵੇਂ ਅਰਥ ਭਾਨ ਭਾਨੇ ਸੂਰਜ ਸੂਰਜੇ ਵੀ ਬਣਦਾ ਹੈ ਕਿ ਸੂਰਜਾਂ ਦਾ ਵੀ ਸੂਰਜ ਹੈ, ਸੂਰਜ ਨੂੰ ਵੀ ਚਾਨਣ ਦੇਣ ਵਾਲਾ। ਲੱਖਾਂ ਕਰੋੜਾਂ ਕਿ ਗੁਰੂ ਕਾ ਸਿੱਖ ਕੋਈ ਦੇਵੀ ਦੇਵਤੇ, ਹਾਂ ਇਹ ਸੂਰਜ, ਇਹ ਸਾਰੇ ਚੰਦਰਮਾ, ਇਹਦਾ ਜ਼ਿਕਰ ਆਇਆ। ਅਸੀਂ ਸੋਦਰ ਪੜ੍ਹਦੇ ਹਾਂ ਅਤੇ ਸੋਦਰ ਦੇ ਵਿੱਚ ਕਿੰਨਾ ਕੁਛ ਹੈ, ਕੌਣ ਕੌਣ ਗਾ ਰਿਹਾ। ਇੰਦਰ ਇੰਦਾਸਨ ਬੈਠੇ, ਦੇਵਤਿਆਂ ਦਰਨਾਲੇ, ਸਾਰਾ ਕੁਝ ਉਹਨੂੰ ਗਾ ਰਹੇ ਨੇ। ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਗਾਉਣ ਲੱਗ ਜਾਈਏ। ਜੋ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੀ ਅਕਲ ਭਾਵ ਜਿਹਨੂੰ ਕਲਿਆ ਅਕਾਲ ਜੋਤ ਹੈ, ਜਿਹਨੂੰ ਕੋਈ ਕਾਲ ਦੇ ਵਿੱਚ ਨਹੀਂ ਲਿਆ ਸਕਦਾ, ਸਾਰੇ ਉਹਨੂੰ ਗਾ ਰਹੇ ਨੇ। ਸਭ ਦੇ ਵਿੱਚ ਉਹ ਹੈ ਅਤੇ ਅਸੀਂ ਵੀ ਉਹਨੂੰ ਹੀ ਗਾਉਣਾ ਹੈ, ਅਸੀਂ ਵੀ ਉਹਨੂੰ ਧਿਆਉਣਾ। ਅਸੀਂ ਸੂਰਜ ਨੂੰ ਨਹੀਂ ਧਿਆਉਣਾ, ਅਸੀਂ ਸੂਰਜ ਸੂਰਜੇ, ਜਿਹਨੇ ਸੂਰਜ ਦੇ ਅੰਦਰ ਵੀ ਚਾਨਣ ਪੈਦਾ ਕੀਤਾ, ਭਾਨ ਦੇ ਅੰਦਰ ਵੀ ਚਾਨਣ ਪੈਦਾ ਕੀਤਾ, ਉਹਦੀ ਪਛਾਣ ਕਰਨੀ ਹੈ। ਨਮੋ ਮਾਨ ਮਾਨੇ, ਮਾਨ ਮਾਨੇ ਮੰਨਿਆ ਕਿ ਜਿਹਨੂੰ ਮੰਨਣ ਵਾਲੇ ਦੁਨੀਆ ਦੇ ਵਿੱਚ ਲੋਕੀ ਜਿਹੜੇ ਮੰਨੇ ਹੋਏ ਨੇ ਉਹ ਵੀ ਵਾਹਿਗੁਰੂ ਨੂੰ ਮੰਨਦੇ ਨੇ। ਵੱਡੇ ਵੱਡੇ ਮੰਨਣ ਵਾਲੇ ਲੋਕ ਜਿਹੜੇ, ਜਿਸ ਤਰ੍ਹਾਂ ਮੂਸਾ ਜੀ ਹੋ ਗਏ, ਈਸਾ ਜੀ ਹੋ ਗਏ, ਵੱਡੇ ਵੱਡੇ ਰਿਸ਼ੀ ਮੁਨੀ ਹੋ ਗਏ, ਮੰਨੇ ਪਰਮੰਨੇ ਲੋਕ ਵੀ ਵਾਹਿਗੁਰੂ ਤੈਨੂੰ ਮੰਨਦੇ ਨੇ। ਨਮੋ ਚੰਦਰ ਚੰਦਰੇ, ਚੰਦਰਮਾ ਦੇ ਵਿੱਚ ਵੀ ਭਾਵ ਕਿ ਚਾਨਣ ਚਾਨਣੀ ਦੇਣ ਵਾਲਾ ਤੂੰ ਹੈ। ਨਮੋ ਭਾਨ ਭਾਨੇ, ਸੂਰਜਾਂ ਦਾ ਸੂਰਜ ਭਾਵ ਤੂੰ ਸੂਰਜ ਨੂੰ ਬਣਾਉਣ ਵਾਲਾ ਹੈ। ਤੇਰੀ ਉਸਤਤ ਤੈਨੂੰ ਨਮਸਕਾਰ। ਗੀਤ ਗੀਤੇ, ਗੀਤਾਂ ਵਿੱਚ ਤੂੰ ਹੈ। ਤਾਨ ਤਾਨੇ, ਅਤੇ ਜੇ ਕੋਈ ਤਾਨਾ ਗੀਤ ਦੀਆਂ ਲਾਉਂਦਾ ਹੈ, ਗਾਉਂਦਾ ਹੈ, ਮੁਰਕੀਆਂ ਔਰ ਸਾਰਾ ਕੁਝ, ਉਹ ਸਾਰਾ ਸੰਗੀਤ ਤੇਰਾ ਹੈ। ਆਓ ਜੀ ਅੱਗੋਂ ਸ਼ੁਰੂ ਕਰੀਏ ਅਸੀਂ। ਇਹ 48ਵਾਂ ਬੰਦ ਹੈ ਜੀ ਕੁੱਲ ਮਿਲਾ ਕੇ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਆਪ ਬਖਸ਼ੋ ਅਸੀਸ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮੋ ਨਿਰਤ ਨਿਰਤੇ। ਸਾਡੇ ਦੇਸ਼ ਦੇ ਵਿੱਚ ਕਈ ਤਰ੍ਹਾਂ ਦੇ ਨਿਰਤ ਨੇ। ਪੰਜਾਬ 'ਚ ਭੰਗੜਾ ਗਿੱਧਾ ਚੱਲਦਾ ਹੈ, ਕੋਈ ਕੱਥਕ ਕਲੀ ਕਰਦਾ ਹੈ, ਕੋਈ ਭਰਤ ਨਾਟਿਅਮ ਕਰਦਾ ਹੈ, ਕੋਈ ਅੰਤ ਨਹੀਂ। ਪਰ ਜਿੰਨੇ ਵੀ ਨਾਚਾਰ ਨੇ, ਨੱਚਣ ਵਾਲੇ ਨੇ, ਉਹਦੇ ਅੰਦਰ ਤਾਲ ਬਣ ਕੇ ਨਚਾਉਂਦਾ ਵੀ ਤੂੰ ਹੈ, ਤੂੰ ਨਚਾਉਣ ਵਾਲਾ ਹੈ। ਹਰ ਤਰ੍ਹਾਂ ਦਾ ਨਿਰਤ, ਪਰ ਅਸਲ ਦੇ ਵਿੱਚ ਇਹਦੇ ਅਧਿਆਤਮਕ ਅਰਥ ਵੀ ਨੇ। ਨਿਰਤ ਨਿਰਤੇ ਦਾ ਇਹ ਵੀ ਅਰਥ ਹੈ ਕਿ ਤੂੰ ਆਪਣੇ ਹੁਕਮ ਦੇ ਵਿੱਚ ਨਚਾਉਣ ਵਾਲਾ ਵੀ, ਕਿ ਹਰ ਜਨ ਨਾਚੋ ਹਰ ਹਰ ਧਿਆਏ, ਕਿ ਸਭ ਨੂੰ ਆਪਣੇ ਹੁਕਮ ਵਿੱਚ ਤੋਰਨ ਵਾਲਾ, ਨਚਾਉਣ ਵਾਲਾ ਤੂੰ ਹੈ। ਨਿਰਤ ਨਿਰਤੇ। ਨਮੋ ਨਾਦ ਨਾਦੇ, ਨਮਸਕਾਰ ਹੈ ਸਾਰੇ ਨਾਦਾਂ ਦਾ, ਤੂੰ ਨਾਦ ਸਾਰੇ ਵਾਜੀਆਂ ਦਾ ਭਾਵ ਸਾਜ਼ ਤੂੰ ਹੀ ਹੈ, ਸਾਜ਼ੀ ਤੂੰ ਹੀ ਹੈ, ਵਜਾਉਣ ਵਾਲਾ ਵੀ ਤੂੰ ਹੀ ਹੈ, ਸਭ ਦੇ ਅੰਦਰ ਬੈਠ ਕੇ ਵੱਜਣ ਵਾਲਾ ਵੀ ਤੂੰ ਹੀ ਹੈ, ਅਤੇ ਆਵਾਜ਼ ਵੀ ਤੂੰ ਹੀ ਹੈ। ਸਾਰਾ ਰੂਪ ਤੇਰਾ ਹੈ ਹਰ ਨਾਦ ਦੇ ਵਿੱਚ। ਨਮੋ ਪਾਨ ਪਾਨੇ, ਪਾਨ ਕਹਿੰਦੇ ਪਕੜ, ਪਕੜ ਦਾ ਮਤਲਬ ਹੈ ਹੱਥ, ਹੱਥਾਂ ਦਾ ਹੱਥ ਹੈ, ਕਿ ਸਾਰੇ ਹੱਥਾਂ ਦਾ ਤੂੰ ਤਾਕਤਵਰ ਹੱਥ ਹੈ। ਬੜੇ ਵੱਡੇ ਵੱਡੇ ਇੱਥੇ ਤਾਕਤਵਰ ਹੋਏ। ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਾ ਜਿਹੜਾ ਸੀ ਨਾ, ਉਹ ਕਹਿੰਦੇ ਹੱਥ ਵਿੱਚ ਸਿੱਕੇ ਨੂੰ ਰੱਖ ਕੇ ਮੜੋਚ ਦਿੰਦਾ ਸੀ, ਬਿਲਕੁਲ ਐਂ, ਬਿਲਕੁਲ ਉਹ ਚਿੱਥ ਦਿੰਦਾ ਸੀ ਹੱਥ ਨਾਲ ਹੀ, ਸਿੱਕੇ ਨੂੰ ਭੰਨ ਦਿੰਦਾ ਸੀ। ਅਤੇ ਜਦ ਗੁਰੂ ਹਰਗੋਬਿੰਦ ਸਾਹਿਬ ਨੇ ਉਹਦੀ ਤਾਕਤ ਖਿੱਚ ਲਈ ਅਤੇ ਜ਼ਮੀਨ 'ਚ ਡਿੱਗ ਗਿਆ। ਇਹਦਾ ਮਤਲਬ ਪਾਨ ਪਾਨੇ ਦਾ ਮਤਲਬ ਸਾਰੀਆਂ ਹੱਥਾਂ ਦੇ ਵਿੱਚ ਤਾਕਤ ਦੇਣ ਵਾਲਾ, ਹੁਨਰ ਦੇਣ ਵਾਲਾ, ਕਿਉਂਕਿ ਸਭ ਤੋਂ ਵੱਡਾ ਔਜ਼ਾਰ ਹੱਥ ਹੈ ਸੰਸਾਰ ਦੇ ਵਿੱਚ। ਕਿੰਨਾ ਕੁਛ ਬੰਦਾ ਬਣਾਉਂਦਾ, ਬੰਦਾ ਮਾਣ ਕਰਦਾ ਕਿ ਮੈਂ ਬਣਾਇਆ, ਪਰ ਭਲਿਆ ਇਹ ਹੱਥ ਕਿਹਨੇ ਬਣਾਇਆ, ਉਹ ਵੀ ਤਾਂ ਸੋਚ। ਇਹਦਾ ਮਤਲਬ ਬੰਦਾ ਇਹ ਮਾਣ ਕਰਦਾ ਕਿ ਅਸੀਂ ਇਹ ਇਨਵੈਂਟ ਕੀਤਾ, ਇਹ ਬਣਾਇਆ ਹੱਥਾਂ ਤੋਂ, ਇਹ ਕ੍ਰੀਏਟ ਕੀਤਾ, ਇਹ ਸੋਚਣੀ। ਪਰ ਹੱਥਾਂ ਵਿੱਚ ਹੱਥ ਜਿਹੜਾ ਪਾਨ ਪਾਨੇ ਪਕੜ ਵਾਲਾ ਉਹ ਹੈ। ਨਮੋ ਬਾਦ ਬਾਦੇ, ਵਿਵਾਦ ਖੜੇ ਕਰਨ ਵਾਲਾ ਵੀ ਉਹੀ ਹੈ, ਉਸ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਅਸੀਂ ਚੰਗਾ ਰੂਪ ਵੀ ਪੜ੍ਹਦੇ ਹਾਂ, ਪਰ ਮੰਦਾ ਰੂਪ ਵੀ ਉਹਦਾ ਹੀ ਹੈ ਜੀ। ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਪੰਗੀ ਪ੍ਰਮਾਥੇ ਸਮਸਤੀ ਵਿਭੂਤੇ। ਅਨੰਗ ਵੈਸੇ ਸੰਪਰਦਾਈ ਨੇ ਇਹਦੇ ਕਾਮ ਅਰਥ ਕੀਤੇ ਨੇ, ਕਿ ਕਾਮ ਰੂਪ ਵੀ ਸਭ ਦੇ ਅੰਦਰ ਵਰਤ ਰਿਹਾ ਹੈ। ਅੰਗ ਕਾਮ ਨਹੀਂ ਹੁੰਦੇ, ਕਾਮ ਅਨੰਗਾਂ 'ਚੋਂ ਪੈਦਾ ਹੁੰਦਾ ਹੈ, ਪ੍ਰਗਟ ਅੰਗਾਂ ਵਿੱਚੋਂ ਹੁੰਦਾ ਹੈ। ਅਨੰਗੀ ਦਾ ਮਤਲਬ ਕਿ ਕਾਮ ਰੂਪ ਵਸ ਰਿਹਾ। ਹਾਂ, ਅਸੀਂ ਰੱਬ ਦੇ ਨੈਗੇਟਿਵ ਅਰਥ ਸੁਣਨਾ ਨਹੀਂ ਲੋਚਦੇ, ਪਰ ਉਹ ਹਰ ਰੂਪ ਦੇ ਵਿੱਚ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਉਹ ਹਰ ਰੂਪ ਦੇ ਵਿੱਚ ਵਸਦਾ ਹੈ। ਅਨੰਗੀ ਦਾ ਮਤਲਬ ਹੈ ਅੰਗਾਂ ਤੋਂ ਬਿਨਾਂ, ਪਰ ਕਾਮ ਰੂਪ ਨੂੰ ਵੀ ਅਨੰਗੀ ਆਖਿਆ ਵੇਦਾਂ ਸ਼ਾਸਤਰਾਂ ਦੇ ਵਿੱਚ। ਅਨੰਗ ਭਾਵ ਕਿ ਹਰ ਇੱਕ ਦੇ ਅੰਦਰ ਕਾਮ ਰੂਪ ਵਸਣ ਵਾਲਾ। ਹੁਣ ਅਸੀਂ ਕਹੀਏ ਜੀ ਨਹੀਂ ਜੀ ਚੰਗਾ ਰੂਪ ਹੈ, ਮੰਦਾ ਵੀ ਹੈ। ਹਾਂ, ਮੰਦਾ ਅੱਗ ਵੀ ਉਹ ਹੈ, ਪਰ ਹੁਣ ਮੈਂ ਕਹਾਂ ਜੀ ਅੱਗ ਵਿੱਚ ਫਿਰ ਛਾਲ ਮਾਰ ਕੇ ਦਿਖਾਓ ਜੀ, ਜੇ ਅੱਗ ਵੀ ਉਹ ਹੈ, ਪਰ ਬੰਦਾ ਥੋੜ੍ਹੀ ਕਹੇਗਾ ਸੜ ਜਾਵਾਂਗੇ।
ਨੈਗੇਟਿਵ ਅਸੀਂ ਕਬੂਲ ਕਰਕੇ ਰਾਜੀ ਨਹੀਂ ਹਾਂ, ਬਰਦਾਸ਼ਤ ਕਰਕੇ ਜਾਂ ਉਹਨੂੰ ਉਹਦੇ ਵਿੱਚ ਹੁਣ ਅੱਗ ਦਾ ਰੂਪ ਵੀ ਤੇ ਉਹ ਹੈ, ਉਹਦੇ ਵਿੱਚੋਂ ਹੀ ਸਾਰੀਆਂ ਅੱਗਾਂ ਨਿਕਲੀਆਂ, ਪਰ ਉਹਦੇ ਵਿੱਚ ਅਸੀਂ ਛਾਲ ਥੋੜ੍ਹੀ ਮਾਰ ਦਾਂਗੇ, ਕਹਿ ਦਾਂਗੇ ਨਹੀਂ ਜੀ ਅੱਗ ਵੀ ਰੱਬ ਹੀ ਹੈ, ਸਾਨੂੰ ਪਤਾ ਹੈ ਸੜ ਜਾਵਾਂਗੇ। ਅਸੀਂ ਦੂਰ ਕਰਦੇ ਹਾਂ, ਤੌਬਾ ਕਰਦੇ ਹਾਂ। ਇਸ ਕਰਕੇ ਸਾਡੀ ਮੱਤ ਪੂਰਨ ਰੂਪ ਦੇ ਵਿੱਚ ਰੱਬ ਦੀਆਂ ਕਲਾਮਾਂ ਨੂੰ, ਉਹਦੇ ਜੋ ਜੋ ਚੋਜ ਨੇ ਉਹਨੂੰ ਕਬੂਲ ਨਹੀਂ ਕਰ ਸਕਦੀਆਂ। ਅੰਗਾਂ ਤੋਂ ਰਹਿਤ ਵੀ ਉਹ ਵਾਹਿਗੁਰੂ ਹੈ, ਉਹਦੇ ਕੋਈ ਅੰਗ ਨਹੀਂ, ਅਨਾਮੇ ਨਾਮ ਉਹਦਾ ਕੋਈ ਇੱਕ ਨਹੀਂ ਹੈ। ਕੋਈ ਕਹੇ ਬੇਅੰਤ ਨਾਮ ਨੇ, ਕੋਈ ਇੱਕ ਨਾਮ ਦੀ ਕੋਈ ਦਾਅਵੇ ਵਾਲੀ ਬਿਰਤੀ ਨਹੀਂ ਕਿ ਇਹੀ ਨਾਮ ਨਹੀਂ, ਅਨਾਮ ਹੈ ਉਹ ਵਾਹਿਗੁਰੂ। ਸਮਸਤੀ ਸਰੂਪੇ, ਸਮਸਤ ਦਾ ਮਤਲਬ ਸਾਰਿਆਂ ਨੂੰ, ਤੇ ਸਮਸਤੀ ਭਾਵ ਸਰੂਪ ਦਾ ਮਤਲਬ ਹੈ ਜਿੰਨੇ ਇੱਥੇ ਰੂਪ ਸੋਹਣੇ ਸੋਹਣੇ ਬੜੇ ਹੋਏ ਨੇ, ਭਾਵੇਂ ਕਿ ਉਹ ਅਨੰਗ ਹੈ, ਕੋਈ ਅੰਗ ਨਹੀਂ ਉਹਦਾ, ਪਰ ਸਾਰਿਆਂ ਦੇ ਵਿੱਚ, ਸਭ ਦੇ ਵਿੱਚ, ਸਰੂਪ ਰੂਪ ਦੇ ਵਿੱਚ ਉਹੀ ਮੌਜੂਦ ਹੈ। ਤੁਹਾਡੇ ਵਿੱਚ ਵੀ ਉਹ ਹੈ, ਸਭ ਦੇ ਚਿਹਰੇ, ਸਭ ਦੇ ਜੀਵ ਜੰਤ, ਵੰਨ ਸਵੰਨੇ ਜਿੰਨੇ ਵੀ ਨੇ, ਉਹ ਸਾਰੇ ਉਹੀ ਹੈ। ਪ੍ਰਭੰਗੀ, ਪ੍ਰਮਾਥੇ, ਪ੍ਰਭੰਗ, ਇਹ ਪਰਲੋ ਦਾ ਹੀ ਅਰਥ ਹੈ। ਵੈਸੇ ਇਹਦੇ ਵੀ ਦੋ ਅਰਥ ਕੀਤੇ ਨੇ। ਭੰਗ ਕਰਨ ਵਾਲਾ ਭਾਵ ਕੋਈ ਉਹਨੂੰ ਪ੍ਰਭੰਗ, ਕੋਈ ਭੰਗ ਨਹੀਂ ਕਰ ਸਕਦਾ, ਪਰ ਇਹਦੇ ਅਰਥ ਹੈ ਪਰਲੋ ਵਾਲਾ। ਪਰਲੋ ਪ੍ਰਮਾਥੇ ਦਾ ਵੀ ਅਰਥ ਹੀ ਨਾਸ਼ ਕਰਨ ਵਾਲਾ ਹੈ। ਇਹ ਦੋਨੋਂ ਅਰਥ ਨੇ। ਪਰਲੋ ਦਾ ਮਤਲਬ ਹੈ ਸੁਨਾਮੀਆਂ ਵੀ ਆਪ ਹੀ ਬਣ ਕੇ ਆਉਂਦਾ, ਸਮੁੰਦਰ ਦੀਆਂ ਲਹਿਰਾਂ ਬੇਕਾਬੂ ਕਰਕੇ। ਪ੍ਰਭੰਗੀ ਦਾ ਮਤਲਬ ਆਪ ਵਿਨਾਸ਼ ਰੂਪ ਹੀ ਬਣ ਕੇ ਸਭ ਨੂੰ ਸਫਾਇਆ ਕਰ ਦਿੰਦਾ। ਮਲੀਆਂ ਮੇਟ ਕਰਨ ਵਾਲਾ ਵੀ ਪ੍ਰਭੰਗੀ ਉਹ ਹੈ। ਤੂਫਾਨ, ਭੁਚਾਲ, ਇੱਥੇ ਉਜਾੜੇ ਜਿੰਨੇ ਵੀ ਹੈ, ਜੋ ਕੁਛ ਚੱਕਰਵਾਤ, ਇਹ ਪ੍ਰਭੰਗੀ ਦੇ ਵਿੱਚ ਬੜੇ ਸਾਰੇ ਅਰਥ ਆ ਜਾਂਦੇ। ਪਰਲੋ ਦਾ ਅਰਥ ਹੈ ਪਰਲੋ ਬਣ ਕੇ ਵੀ ਉਹੀ ਆਉਂਦਾ, ਕੋਈ ਦੂਸਰਾ ਨਹੀਂ ਹੈ, ਕੋਈ ਵੱਖਰਾ ਨਹੀਂ ਹੈ। ਪ੍ਰਮਾਥੇ ਵਿਨਾਸ਼ ਕਰਨ ਵਾਲਾ। ਸਮਸਤੀ ਵਿਭੂਤੇ, ਸਾਰੀਆਂ ਵਿਭੂਤੀਆਂ, ਭਾਵੇਂ ਉਹ ਜੋਗੀਆਂ ਦੀ, ਜੰਗਮਾਂ ਦੀ, ਰਿਸ਼ੀਆਂ ਮੁਨੀਆਂ ਦੀ, ਸਾਰੀ ਵਿਭੂਤੀਆਂ ਦੇ ਵਿੱਚ ਉਹੀ ਹੈ। ਉਹ ਸਾਰਿਆਂ ਦੇ ਵਿੱਚ ਸਾਰੇ ਸੰਪਰਦਾਵਾਂ, ਸਾਰੇ ਰੂਪ ਉਹਦੇ ਹੀ ਬਣਾਏ ਨੇ ਜੀ। ਕਲੰਕੰ ਬਿਨਾਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ। ਕਲੰਕਨ ਬਿਨਾ, ਇਕੱਠੇ ਹੀ ਪੜ੍ਹਨਾ ਹੈ। ਕਲੰਕ ਤੋਂ ਬਿਨਾ ਸਾਨੂੰ ਕਲੰਕ ਲੱਗ ਸਕਦੇ ਨੇ ਬੜੇ ਸਾਰੇ ਪਾਪਾਂ ਦੇ। ਅਸੀਂ ਬੜੇ ਸਾਰੇ ਵਿਕਾਰਾਂ ਦੇ ਵਿੱਚ ਫਸੇ ਹੋਏ ਹਾਂ, ਬਦਫੈਲੀਆਂ ਦੇ ਵਿੱਚ। ਪਰ ਪਾਰ ਬ੍ਰਹਮ ਪਰਮੇਸ਼ਵਰ ਜੇ ਪਰਲੋ ਵੀ ਕਰਦਾ ਹੈ, ਜੇ ਕਾਮ ਰੂਪ ਵੀ ਹੈ, ਜੇ ਭੋਗ ਰੂਪ ਵੀ ਹੈ। ਭੋਗ ਦਾ ਮਤਲਬ ਕੱਲਾ ਕਾਮ ਨਹੀਂ, ਵਿਕਾਰਾਂ ਦਾ ਭੋਗਣਾ, ਮਖਮਲੀ ਬਸਤਰਾਂ 'ਤੇ ਸੋਣਾ, ਭੋਜਨ ਖਾਣਾ, ਕੱਪੜੇ, ਇਹ ਸਭ ਭੋਗਾਂ ਵਿੱਚ ਆ ਜਾਂਦਾ। ਇਹ ਸਭ ਕਰਕੇ ਵੀ ਉਹ ਫਿਰ ਵੀ ਨਹਿ ਕਲੰਕ ਹੈ। ਖੂਬਸੂਰਤੀ ਇਹ ਹੈ ਕਿ ਉਹਦੇ ਉੱਤੇ ਕੋਈ ਕਾਲਖ ਨਹੀਂ ਲੱਗਦੀ। ਉਹ ਸਭ ਕੁਝ ਹੋ ਕੇ ਵੀ ਉਹ ਨਹਿ ਕਲੰਕ ਰਹਿੰਦਾ, ਬਿਲਕੁਲ ਨਿਰਲੇਪ ਰਹਿੰਦਾ। ਕਲੰਕਨ ਬਿਨਾ ਨਹਿ ਕਲੰਕੀ ਸਰੂਪੇ। ਨਹਿ ਕਲੰਕ ਉਹਦਾ ਸਰੂਪ ਹੈ, ਕੋਈ ਦਾਗ, ਕੋਈ ਧੱਬਾ, ਕੋਈ ਉਹਦੇ ਉੱਤੇ ਦੋਸ਼ ਨਹੀਂ ਹੈ। ਨਮੋ ਰਾਜ ਰਾਜੇਸ਼ਵਰੰ, ਉਹ ਰਾਜਿਆਂ ਦਾ ਰਾਜੇਸ਼ਵਰ ਹੈ, ਵੱਡਾ ਹੈ। ਈਸ਼ਵਰ, ਰਾਜਿਆਂ ਦਾ ਵੀ ਈਸ਼ਵਰ ਭਾਵ ਰਾਜ ਦੇਣ ਵਾਲਾ ਵੀ ਉਹ ਹੈ, ਸਭ ਦੇ ਵਿੱਚ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮੱਛ ਪਿਆਲ ਦਿਓ। ਤੇ ਰਾਜ ਖੋਣ ਵਾਲਾ ਵੀ ਹੈ। ਨਦਰ ਉਪੱਠੀ ਜੇ ਕਰੈ ਸੁਲਤਾਨਾ, ਘਾਹ ਕਰਾਇੰਦਾ, ਦਰਮੰਗਨ ਭਿਖ ਨਾ ਪਾਇੰਦਾ। ਰਾਜਿਆਂ ਦਾ ਰਾਜ ਈਸ਼ਵਰ ਹੈ। ਪਰਮ ਰੂਪੇ, ਸਾਰੇ ਰੂਪਾਂ ਦੇ ਵਿੱਚ ਸ੍ਰੇਸ਼ਟ। ਪਰਮ ਦਾ ਮਤਲਬ ਸਭ ਤੋਂ ਸ੍ਰੇਸ਼ਟ, ਸਭ ਤੋਂ ਸ੍ਰੇਸ਼ਟ ਰੂਪ ਉਸ ਵਾਹਿਗੁਰੂ ਦਾ ਹੈ। ਇਸ ਲਈ ਨਮਸਕਾਰ ਹੈ ਜੀ। ਨਮੋ ਜੋਗ ਜੋਗਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ। ਇਹ ਰਾਜਿਆਂ ਦੇ ਵਿੱਚੋਂ ਪਰਮ ਰਾਜਾ, ਪਰਮ ਰਾਜਿਆਂ ਦਾ ਰੂਪ ਉਹ ਹੈ, ਪਰਮ ਰੂਪੇ। ਫਿਰ ਜੋਗੀਆਂ ਦੇ ਵਿੱਚੋਂ ਪਰਮ ਸਿੱਧ ਵੀ ਉਹ ਹੈ। ਸਿੱਧੀਆਂ ਦੀ ਪ੍ਰਾਪਤੀ ਸਾਰੀ ਉਸ ਤੋਂ ਹੋਣੀ ਹੈ, ਉਸ ਤੋਂ ਬਿਨਾਂ ਨਹੀਂ ਹੋਣੀ। ਉਹਨੂੰ ਨਮਸਕਾਰ ਹੈ। ਨਮੋ ਜੋਗ ਜੋਗੇਸ਼ਵਰੰ, ਜੋਗੀਆਂ ਦਾ ਵੱਡਾ ਜੋਗੀ ਹੈ ਉਹ ਵਾਹਿਗੁਰੂ। ਜੋਗ ਸਾਧਨਾ ਸਾਰੀ ਉਸ ਤੋਂ ਆਈ, ਉਹਦੇ ਵਿੱਚੋਂ ਹੀ ਜੋਗੀ ਵੀ ਉਹਨੂੰ ਧਿਆਉਂਦੇ ਨੇ। ਇਸ ਕਰਕੇ ਉਹ ਜੋਗੀਆਂ ਦਾ ਵੀ ਈਸ਼ਵਰ ਹੈ। ਪਰਮ ਸਿੱਧੇ, ਪਰਮ ਸਿੱਧੀਆਂ ਦਾ ਮਾਲਕ। ਨਮੋ ਰਾਜ ਰਾਜੇਸ਼ਵਰੰ, ਫਿਰ ਦੁਹਰਾ ਹੈ, ਰਾਜਿਆਂ ਦਾ ਰਾਜ ਈਸ਼ਵਰ ਉਹ ਹੈ। ਪਰਮ ਬ੍ਰਿਧੇ, ਬ੍ਰਿਧ ਦਾ ਮਤਲਬ ਹੈ ਵਾਧਾ, ਬ੍ਰਿਧ ਜਿਹਨੂੰ ਕਹਿੰਦੇ ਆ ਵ੍ਰਿੱਧੀ ਹੋ ਜਾਣੀ। ਅਸੀਂ ਆ ਲਫ਼ਜ਼ ਵਰਤੇ ਹਾਂ, ਵ੍ਰਿੱਧੀ ਹੋ ਗਈ। ਪਰਮ ਬ੍ਰਿਧੇ ਦਾ ਮਤਲਬ ਕੋਈ ਕਹਿੰਦਾ ਜੀ ਫਲਾਣੇ ਦਾ ਰਾਜ ਇੰਨਾ ਵੱਧ ਗਿਆ, ਇੰਨਾ ਵੱਧ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਲੈ ਕੇ ਕਿੱਥੋਂ, ਦਰਾ ਖੈਬਰ ਤੋਂ ਲੈ ਕੇ ਆ ਸਾਰਾ ਜਿਹੜਾ ਅੱਜ ਭਾਵੇਂ ਹਰਿਆਣਾ ਹੈ, ਚੰਡੀਗੜ੍ਹ ਹੈ, ਇਹ ਦਹਿਲੀਜ਼, ਇਹ ਕਿੱਥੇ ਤੱਕ ਉਹਦਾ ਰਾਜ ਵਧਿਆ ਹੋਇਆ ਸੀ। ਬ੍ਰਿਧੀ ਦਾ ਮਤਲਬ ਵ੍ਰਿੱਧੀ ਹੋ ਜਾਣਾ, ਕਿ ਜੇ ਵੱਡਿਆਂ ਰਾਜਿਆਂ ਦੇ ਵਿੱਚ ਵ੍ਰਿੱਧੀ ਵੀ ਹੁੰਦੀ ਹੈ,
ਉਹ ਵੀ ਪਰਮ ਬ੍ਰਿਧੇ ਵ੍ਰਿद्धੀ ਦੇਣ ਵਾਲਾ ਵੀ ਤੂੰ ਹੈ, ਵਾਧਾ ਦੇਣ ਵਾਲਾ ਵੀ ਤੂੰ ਹੈ ਜੀ। ਸਾਰੇ ਜਪੋ। नमो शस्त्र पाणे नमो अस्त्र माणे नमो परम ज्ञाता नमो लोक माता। ਸ਼ਸਤਰ ਪਾਣੇ, ਤੂੰ ਸ਼ਸਤਰ ਧਾਰੀ ਹੈ ਵਾਹਿਗੁਰੂ, ਤੇ ਅਸਤਰ ਮਾਣੇ, ਤੇ ਅਸਤਰ ਵੀ ਚਲਾਉਣ ਵਾਲਾ ਤੂੰ ਹੈ। ਸ਼ਸਤਰ ਤੇ ਅਸਤਰ ਦੇ ਵਿੱਚ ਫਰਕ ਹੁੰਦਾ ਹੈ। ਸ਼ਸਤਰ ਜਿਹੜੇ ਨੇ ਉਹ ਹੱਥ ਵਿੱਚ ਫੜ ਕੇ ਚਲਾਏ ਜਾਂਦੇ ਨੇ, ਜਿਸ ਤਰ੍ਹਾਂ ਤੇਗ ਹੱਥ ਵਿੱਚ ਫੜ ਕੇ ਚਲਾਈ ਜਾਂਦੀ ਹੈ, ਜਿਹਨੂੰ ਤਲਵਾਰ ਅਸੀਂ ਕਹਿੰਦੇ ਹਾਂ, ਕਿਰਪਾਨ ਕਹਿੰਦੇ ਹਾਂ। ਖੰਜਰ ਹੱਥ ਵਿੱਚ ਫੜ ਕੇ ਚਲਾਇਆ ਜਾਂਦਾ ਹੈ, ਕਟਾਰ ਹੱਥ ਵਿੱਚ, ਢਾਲ ਹੱਥ ਵਿੱਚ, ਢਾਲ ਵੀ ਸ਼ਸਤਰਾਂ 'ਚ ਆਉਂਦੀ ਹੈ। ਅਸਤਰ ਜਿਹੜੇ ਛੱਡ ਕੇ ਚਲਾਏ ਜਾਂਦੇ ਆ, ਤੀਰ ਅਸਤਰ ਵਿੱਚ ਆਉਂਦੇ ਆ, ਬਰਛਾ ਅਸਤਰ ਵਿੱਚ ਆਉਂਦੇ ਆ, ਚੱਕਰ ਅਸਤਰ ਵਿੱਚ ਆਉਂਦੇ ਆ, ਬੰਦੂਕ ਦੀ ਗੋਲੀ ਨਿਕਲਣੀ, ਤੋਪ, ਇਹ ਸਾਰੇ ਅਸਤਰ ਦੇ ਵਿੱਚ ਹੁੰਦੇ ਆ। ਕਹਿੰਦੇ ਤੂੰ ਸੋਧਣ ਵਾਲਾ ਵੀ ਹੈ ਸਭ ਨੂੰ, ਤੂੰ ਸਭ ਨੂੰ ਫਨਾ ਕਰਨ ਵਾਲਾ ਵੀ ਹੈ। ਹਰਨਾਕਸ਼ ਨੂੰ ਤੂੰ ਰਾਜ ਦਿੰਦਾ, ਤਾਕਤਾਂ ਦਿੰਦਾ, ਫਿਰ ਹਰਨਾਕਸ਼ ਨੂੰ ਤੂੰ ਹੀ ਆਪ ਨਖ ਬਿਦਾਰਿਓ ਮਾਰਨ ਵਾਲਾ ਵੀ ਤੂੰ ਹੈ। ਇਹਦਾ ਮਤਲਬ ਤੇਰੇ ਕੋਲ ਅਸਤਰ ਸ਼ਸਤਰ ਸਭ ਕੁਝ ਹੈ। ਜੇ ਤੂੰ ਮਾਰਨ 'ਚ ਆਏ, ਕੋਈ ਨਹੀਂ ਜੀ ਫਲਾਣੇ ਕੋਲ ਤੇ ਬੜੇ ਅਸਤਰ ਸ਼ਸਤਰ ਨੇ, ਉਹਨੂੰ ਕੋਈ ਨਹੀਂ ਮਾਰ ਸਕਦਾ, ਪਰ ਸ਼ਸਤਰਾਂ ਦਾ ਸ਼ਸਤਰ ਤੇਰੇ ਕੋਲ ਹੈ, ਅਸਤਰਾਂ ਦਾ ਅਸਤਰ ਤੇਰੇ ਕੋਲ ਹੈ। ਦੁਨੀਆ ਭਾਵੇਂ ਵੱਡੀ ਤੋਂ ਵੱਡੀ ਨਿਊਕਲੀਅਰ ਤਾਕਤ ਬਣਾ ਲੇ, ਪਰ ਮਹਾਰਾਜ ਜਦ ਵਾਹਿਗੁਰੂ ਫਨਾ ਕਰਨ ਤੇ ਆਏਗਾ, ਉਹਦੇ ਸ਼ਸਤਰ ਅਸਤਰਾਂ ਦਾ ਕੋਈ ਮੁਕਾਬਲਾ ਨਹੀਂ ਹੈ। ਉਹ ਸਭ ਤੋਂ ਵੱਡਾ ਹੈ। ਉਹ ਤੇ ਭਾਵੇਂ ਉਹ ਤੇ ਕੀੜੀ ਲੜਾ ਕੇ ਵੀ ਮਰਵਾ ਦੇ, ਮਾਰ ਦੇ, ਤੇ ਭਾਵੇਂ ਹਰਨਾਕਸ਼ ਨੂੰ ਨਖਨ ਬੇਦਿਓ ਉਹ ਇਵੇਂ ਵੀ ਮਾਰ ਸਕਦਾ ਹੈ। ਸ਼ਸਤਰ ਪਾਣੇ, ਸ਼ਸਤਰ ਤੂੰ ਪਾਏ ਹੋਏ ਨੇ, ਅਸਤਰ ਮਾਣੇ, ਅਸਤਰਾਂ ਨੂੰ ਮਾਣਿਆ, ਭਾਵ ਤੂੰ ਚਲਾਉਣ ਜੋਗਾ ਹੈ। ਨਮੋ ਪਰਮ ਗਿਆਤਾ, ਗਿਆਨੀਆਂ ਵਿੱਚੋਂ ਗਿਆਨੀ ਹੈ, ਵੱਡਾ ਗਿਆਨ ਰੱਖਣ ਵਾਲਾ ਹੈ। ਨਮੋ ਲੋਕ ਮਾਤਾ, ਮਾਤਾ ਦਾ ਮਤਲਬ ਹੈ ਮਾਂ ਦਾ ਸੁਭਾਅ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹੋਂ ਬਾਰਿਕ ਤੇਰਾ। ਅਸੀਂ ਕਵਾਂਗੇ ਜੀ ਮਾਂ ਕਿਉਂ ਲਫ਼ਜ਼ ਆਇਆ? ਬਾਣੀ ਦੇ ਵਿੱਚ ਵਾਹਿਗੁਰੂ ਲਈ ਮਾਂ ਵੀ ਵਰਤਿਆ ਗਿਆ। ਰਾਮਈਆ ਹੋਂ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮਾਂ ਦਾ ਸੁਭਾਅ ਹੁੰਦਾ ਹੈ, ਜੇ ਔਲਾਦ ਮਾਂ ਦੇ ਉੱਤੇ ਗੁੱਸੇ ਨਾਲ ਹੱਥ ਵੀ ਚੱਕਣ ਤੇ ਆਏ, ਇੱਕ ਖਿਣ ਵਾਸਤੇ ਮਾਂ ਕਹਿੰਦੀ ਹੈ ਕਿ ਹਾਏ ਮੈਂ ਇਹੋ ਜਿਹੀ ਔਲਾਦ ਕਿਉਂ ਜੰਮੀ, ਫਿਰ ਤੇਰਾ ਵੀ ਕੱਖ ਨਾ ਰਹੇ, ਮਾਂ ਵੀ ਬੋਲ ਦਿੰਦੀ ਹੈ। ਪਰ ਮਾੜੇ ਜੇ ਪਰਾਂ ਹੋ ਕੇ ਫਿਰ ਮਾਂ ਇਹ ਮਨ 'ਚ ਸੋਚਦੀ ਹੈ, ਨਾ ਰੱਬਾ ਮੈਂ ਮਨ 'ਚੋਂ ਨਹੀਂ ਕਿਹਾ ਸੀ, ਮੈਂ ਤੇ ਸਿਰਫ ਬਾਹਰੋਂ ਬੋਲਤਾ, ਕੋਈ ਨਹੀਂ ਇਹਦਾ ਬੁਰਾ ਨਾ ਹੋਏ। ਇਹਦਾ ਮਤਲਬ ਕਿ ਉਹਦੇ ਮਨ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਵੈਰ ਵਿਰੋਧ ਨਹੀਂ ਹੈ। ਇਸ ਤਰ੍ਹਾਂ ਤੂੰ ਲੋਕ ਮਾਤਾ ਹੈ, ਸਾਰੇ ਲੋਕਾਂ ਨੂੰ ਪੈਦਾ ਕਰਨ ਵਾਲਾ ਵੀ ਮਾਂ ਦਾ ਸੁਭਾਅ ਦੱਸਿਆ, ਤੇ ਤੂੰ ਮਾਤ, ਤੂੰ ਸਾਰਿਆਂ ਦਾ ਪ੍ਰਤਪਾਲਨ ਕਰਨਹਾਰ ਹੈ, ਤੇ ਸਭ ਦੇ ਗੁਨਾਹਾਂ ਨੂੰ ਬਖਸ਼ ਕੇ ਫਿਰ ਉਹਨੂੰ ਗਲਵਕੜੀ ਲਾਉਣ ਵਾਲਾ ਹੈ। ਸਾਰੇ ਜਪੋ ਜੀ। ਅਪੇਖੀ ਅਪਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ। ਦੇਖੋਗੇ ਸਭ ਦੀ ਚਾਲ ਹੀ ਚੱਲ ਰਹੀ ਆ, ਭੇਖੀ ਅਪਰਮੀ ਅਭੋਗੀ ਅਭੁਗਤੇ। ਇਹ ਝਾਲ ਹੈ ਇਹਦੇ ਵਿੱਚ ਭੁਜੰਗ ਦੀ, ਕਿ ਐਂ ਝਾਲ ਮਾਰ ਕੇ ਇਹਨੂੰ ਪੜ੍ਹਨਾ। ਅਭੇਖੀ ਭੇਖਾਂ ਤੋਂ ਰਹਿਤ, ਅਪਰਮੀ ਜਦੋਂ ਕੋਈ ਭਰਮ ਨਹੀਂ। ਦੁਨੀਆ ਸਾਰੀ ਭਰਮਾਂ ਦੇ ਵਿੱਚ ਹੈ, ਦੁਨੀਆ ਸਾਰੀ ਭਰਮਾਂ ਵਿੱਚ ਹੈ। ਇੱਥੇ ਸਾਰੇ ਅਸੀਂ ਕੋਈ ਨਾ ਕੋਈ ਭਰਮ ਪਾਲੀ ਬੈਠੇ ਹਾਂ, ਹਾਏ ਇਹ ਨਾ ਹੋ ਜਾਏ, ਇਹ ਹੋ ਗਿਆ ਫਿਰ ਕੀ ਹੋਏਗਾ। ਸਭ ਨੂੰ ਇਸ ਧਰਤੀ 'ਤੇ ਭਰਮ ਹੈ, ਇੱਕ ਵਾਹਿਗੁਰੂ ਅਭਰਮੀ ਹੈ, ਅਭੋਗੀ। ਸਾਰੇ ਅਸੀਂ ਭੋਗ ਕੇ ਹੀ ਜਿਉਂਦੇ ਹਾਂ। ਜੇ ਢਿੱਡੇ ਰੋਟੀ ਨਾ ਪਏ ਨਾ, ਭੋਜਨ ਨਾ ਪਏ, ਫਿਰ ਸਰੀਰ ਵੀ ਨਹੀਂ ਚੱਲਦਾ। ਪਰ ਉਹ ਅਭੋਗੀ ਹੈ, ਉਹ ਕੋਈ ਭੋਗ ਦੇ ਵਿੱਚ ਨਹੀਂ ਹੈ, ਉਹ ਅਭੋਗ ਹੈ, ਉਹਨੂੰ ਕੋਈ ਭੋਗ ਦੀ ਕੋਈ ਮਥਾਜਗੀ ਨਹੀਂ ਹੈ। ਅਭੁਗਤੇ, ਤੇ ਉਹਨੂੰ ਕੋਈ ਭੋਗ ਨਹੀਂ ਸਕਦਾ, ਉਹਨੂੰ ਕੋਈ ਭੁਗਤ ਨਹੀਂ ਸਕਦਾ, ਕਿ ਭਾਵ ਕਿ ਉਸ ਰੱਬ ਨੂੰ ਅਸੀਂ ਖਤਮ ਕਰ ਦਈਏ। ਉਹ ਅਭੁਗਤੇ ਹੈ, ਉਹਨੂੰ ਕੋਈ ਖਤਮ ਨਹੀਂ ਕਰ ਸਕਦਾ, ਉਹਨੂੰ ਕੋਈ ਭੋਗ ਨਹੀਂ ਸਕਦਾ, ਉਹਨੂੰ ਕੋਈ ਖਾ ਨਹੀਂ ਸਕਦਾ, ਕੋਈ ਨਿਗਲ ਨਹੀਂ ਸਕਦਾ, ਕੋਈ ਉਹਦਾ ਨਾਸ਼ ਨਹੀਂ ਕਰ ਸਕਦਾ। ਨਮੋ ਜੋਗ ਜੋਗੇਸ਼ਵਰੰ, ਰਾਜਿਆਂ ਦਾ ਰਾਜਾ ਹੈ, ਤੇ ਫਿਰ ਜੋਗੀਆਂ ਦਾ ਜੋਗੀ ਵੀ ਹੈ ਵਾਹਿਗੁਰੂ ਤੂੰ। ਜੋਗਾਂ ਅੰਦਰ ਜੋਗੀ ਤੂੰ ਵੱਡਾ ਜੋਗੀ ਹੈ। ਇਸ ਕਰਕੇ ਜੋਗ ਨਾ ਖਿੰਤਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਡੀ ਮੂੰਡ ਵਡਾਇਆ, ਜੋਗ ਨਾ ਸਿੰਘੀ ਵਾਈਐ। ਅੰਜਨ ਮਾਹੇ ਨਿਰੰਜਨ, ਅੰਜਨ ਕਹਿੰਦੇ ਮਾਇਆ, ਨਿਰੰਜਨ ਕਹਿੰਦੇ ਵਾਹਿਗੁਰੂ। ਮਾਇਆ ਦੇ ਵਿੱਚ ਜੇ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ, ਤੇ ਫਿਰ ਕਾਹਦਾ ਜੋਗ। ਅੰਤਮ ਗੱਲ ਤੇ ਆਈ ਵਾਹਿਗੁਰੂ ਦੀ ਦੇ ਉੱਤੇ ਹੈ, ਕਿਉਂਕਿ ਜੋਗਾਂ ਦਾ ਜੋਗੀ ਤੂੰ ਹੈ। ਜੋਗੇਸ਼ਵਰੰ ਪਰਮ ਜੁਗਤੇ, ਸਾਰੀਆਂ ਰਿਧੀਆਂ ਸਿੱਧੀਆਂ ਤੇ ਜੋਗ ਦੀਆਂ ਜੁਗਤਾਂ ਵਾਹਿਗੁਰੂ ਜੀ ਤੁਹਾਡੇ ਵਿੱਚੋਂ ਨਿਕਲੀਆਂ ਨੇ। ਨਮੋ 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 ਨਮਸਕਾਰ ਹੈ ਜੀ। ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ। ਜਿਹੜੇ ਕਰੂਰ ਕਰਮ ਕਰਦੇ ਨੇ ਨਾ, ਉਹਦਾ ਨਾਰਾਇਣ ਵੀ ਤੂੰ ਹੈ, ਫਿਰ ਉਹਨੂੰ ਸੋਧਣ ਵਾਲਾ ਵੀ ਵਾਹਿਗੁਰੂ ਤੂੰ ਹੈ। ਨਿਤ ਹੀ ਨਾਰਾਇਣ ਹੈ ਤੂੰ, ਪ੍ਰਤਪਾਲਨਾ ਕਰਨ ਵਾਲਾ ਹੈ।
ਤੂੰ ਸਭ ਦਾ ਆਇਣ ਭਾਵ ਕਿ ਸਭ ਨੂੰ ਦੇਣ ਵਾਲਾ ਤੇ ਫਨਾ ਕਰਨ ਵਾਲਾ ਵੀ ਯਾਦ ਰੱਖਿਓ। ਜਿਹੜੇ ਕਰੂਰ ਕਰਮ ਕਰਦੇ ਨੇ ਇਸ ਧਰਤੀ ਤੇ ਉਹਨਾਂ ਨੂੰ ਸੋਧਣ ਵਾਲਾ ਵੀ ਤੂੰ ਹੈ, ਤਾਕਤਾਂ ਵੀ ਦਿੰਦਾ ਤੇ ਸੋਧਦਾ ਵੀ ਤੂੰ ਹੈ। ਔਰੰਗਜ਼ੇਬ ਵਰਗਿਆਂ ਨੂੰ ਵੀ ਤੂੰ ਸੋਧਿਆ, ਇੱਥੇ ਹੁਮਾਯੂੰ ਵਰਗਿਆਂ ਨੂੰ, ਬਾਬਰ ਵਰਗਿਆਂ ਨੂੰ ਤੂੰ ਸੋਧਿਆ। ਜਿਹੜੇ ਚੜ੍ਹ ਕੇ ਆਏ ਸੀ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾ ਲਓ। ਜ਼ਕਰੀਆ ਖਾਨ ਵਰਗੇ ਵੀ, ਜਿਹਨੂੰ ਜ਼ਕਰੀਆ ਖਾਨ ਨੇ ਕਹਿਤਾ ਸੀ ਤਾਰੂ ਸਿੰਘ ਨੂੰ ਤੈਨੂੰ ਜੁੱਤੀ ਨਾਲ ਅੱਗੇ ਲਾ ਕੇ ਲੈ ਕੇ ਚੱਲੂੰਗਾ, ਤੇ ਭਾਈ ਤਾਰੂ ਸਿੰਘ ਨੇ ਕਿਹਾ ਸੀ ਇਹ ਤੇ ਵਾਹਿਗੁਰੂ ਜਾਣਦਾ ਜੁੱਤੀ ਕਿਹੜਾ ਕਿਹਨੂੰ ਲਾ ਕੇ ਲੈ ਕੇ ਚੱਲੂਗਾ। ਫਿਰ ਸੱਚੀ ਮੁੱਚੀ ਕਰੂਰ ਜਿਹੜਾ ਸੀ ਉਹਨੂੰ ਸੋਧਿਆ। ਜਿਉਂ-ਜਿਉਂ ਜੁੱਤੀ ਪੈਂਦੀ ਸੀ ਭਾਈ ਤਾਰੂ ਸਿੰਘ ਦੀ ਜ਼ਕਰੀਆ ਖਾਨ ਦੇ ਸਿਰ ਤੇ, ਤਿਉਂ ਤੇ ਉਹਦਾ ਨਿਕਾਸ ਹੁੰਦਾ ਸੀ ਮਲ ਮੂਤਰ ਦਾ। ਐਡੀ ਅੰਦਰ ਉਹਦੇ ਅੰਦਰ ਜ਼ਹਿਰ ਪੈਦਾ ਹੋ ਗਿਆ। ਮਾਰਨ ਵਾਲਾ ਅਬਦੂ ਸ਼ਬਦ ਖਾਨ ਨੂੰ ਵੀ ਖਤਮ ਕਰਨ ਵਾਲਾ ਹੈ, ਵੱਡਿਆਂ ਵੱਡਿਆਂ ਨੂੰ ਖਤਮ ਕਰਨ ਵਾਲਾ ਉਹ ਹੈ। ਨਮੋ ਨਿਤ ਨਾਰਾਇਣ ਕਰੂਰ ਕਰਮੇ, ਕਰੂਰ ਕਰਮਾਂ ਨੂੰ ਕਰਨ ਵਾਲਾ ਵੀ ਤੇ ਖਤਮ ਕਰਨ ਵਾਲਾ ਵੀ ਉਹਨਾਂ ਦਾ ਨਾਰਾਇਣ ਵੀ ਹੈ। ਨਮੋ ਪ੍ਰੇਤ ਅਪ੍ਰੇਤ, ਪ੍ਰੇਤਾਂ ਵਿੱਚ ਵੀ ਤੂੰ ਹੈ ਤੇ ਪ੍ਰੇਤਾਂ ਤੋਂ ਪੁੱਠੇ ਅਪ੍ਰੇਤ। ਜਿਹੜੇ ਅਪ੍ਰੇਤ ਨੇ ਭਾਵ ਕਿ ਜਿਹੜੇ ਮਨੁੱਖ ਨੇ, ਜਿਹੜੇ ਪ੍ਰੇਤ ਨਹੀਂ ਹੈਗੇ, ਜਿਹੜੇ ਹੋਰ ਜੀਵ ਜੰਤ ਨੇ। ਪ੍ਰੇਤ ਵਾਲੀ ਬਿਰਤੀ ਵੀ ਵਾਹਿਗੁਰੂ ਤੇਰੀ ਹੈ ਮਾੜੀ, ਕਿਉਂਕਿ ਪ੍ਰੇਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜੂਨ ਆਖਿਆ। ਇਸ ਕਰਕੇ ਪ੍ਰੇਤਾਂ ਵਾਲੇ ਲਫ਼ਜ਼ ਸੁਣ ਕੇ ਕੰਨ ਨਾ ਖੜੇ ਕਰ ਲਿਆ ਕਰੋ, ਇਹ ਕਿਹੜੀ ਭੂਤਾਂ ਪ੍ਰੇਤਾਂ ਦੀ ਗੱਲ ਹੈ। ਤੁਸੀਂ ਬਾਣੀ ਵਿੱਚ ਪੜ੍ਹੋਗੇ ਅੰਤ ਕਾਲ ਵਾਲਾ ਜਿਹੜਾ ਤੁਸੀਂ ਭਗਤਾਂ ਦਾ ਸ਼ਬਦ ਸੁਣੋਗੇ, ਅੰਤ ਕਾਲ ਜੋ ਮੰਦਿਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰੇਤਾਂ ਨੂੰ ਵੀ ਜੂਨਾਂ ਵਿੱਚ ਗਿਣਦੀ ਹੈ ਕਿ 84 ਲੱਖ ਜੂਨਾਂ 'ਚ ਪ੍ਰੇਤ ਵੀ, ਹੋਰ ਵੀ ਬਹੁਤ ਜ਼ਿਆਦਾ ਪ੍ਰੇਤਾਂ ਦਾ ਜ਼ਿਕਰ ਬਾਣੀ ਦੇ ਵਿੱਚ ਆਇਆ। ਜਿਨ੍ਹਾਂ ਦਾ ਜ਼ਿਕਰ ਆਇਆ ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਇਹ ਸਾਰਾ ਕੁਛ ਹੈ। ਧੀ ਜਨੂਰਾ, ਧੀ ਪੁੱਤ ਜਨੂਰਾ, ਧੀ ਜਨੂਰੀ ਜ਼ੋਰੂ, ਜਿਨ੍ਹਾਂ ਦਾ ਸਿਕਦਾਰ। ਸੋ ਇਹ ਪ੍ਰੇਤ ਬਣਾਉਣ ਵਾਲਾ ਵੀ ਤੂੰ ਹੈ, ਤੇਰੇ ਵਿੱਚੋਂ ਹੈ। ਤੇ ਆ ਪ੍ਰੇਤ, ਪ੍ਰੇਤ ਤੋਂ ਪੁੱਠੇ ਜਿਹੜੇ ਆ ਪ੍ਰੇਤ ਨੇ, ਜਿਹੜੇ ਮਨੁੱਖ ਨੇ, ਉਹ ਵੀ ਤੂੰ ਹੈ। ਦੇਵੇ ਸੁਧਰਮੇ, ਸੁਧਰਮੇ ਭਾਵ ਕਿ ਸੁਧ ਵੈਸੇ ਕਿਹਾ, ਸੁਧ ਕਿਹਾ ਦੇਵਤਿਆਂ ਨੂੰ, ਦੇਵਤਿਆਂ ਦੀ ਸਭਾ ਦੇ ਵਿੱਚ ਤੂੰ ਦੇਣ ਵਾਲਾ ਹੈ ਦਾਤਾਂ। ਦੇਵੇ ਸੁਧਰਮੇ, ਚਾਨਣ ਕਰਨ ਵਾਲਾ ਹੈ। ਇਹ ਦੇਵਤਿਆਂ ਦੀ ਸਭਾ ਜਿੱਥੇ ਜਿੱਥੇ ਵੀ ਲੱਗੇਗੀ। ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਨਰ ਦਾ ਮਤਲਬ ਹੈ ਦੇਵਤੇ ਅਵਸਥਾ ਰੱਖਣ ਵਾਲੇ। ਸੁਰ ਨਰ ਲਫ਼ਜ਼ ਇਕੱਠਾ ਆਇਆ ਬਾਣੀ ਦੇ ਵਿੱਚ ਬੜੀ ਜਗ੍ਹਾ। ਦੇਵ ਨੇਤਰ ਰੱਖਣ ਵਾਲੇ, ਇਹ ਨਹੀਂ ਕਿ ਦੇਵਤੇ ਨਰ ਆਖਾਂਗੇ, ਨਹੀਂ, ਦੇਵਤਿਆਂ ਵਾਲੀ ਅਵਸਥਾ ਦੇ ਧਾਰਨੀ ਨਰ ਜਿਹੜੇ ਨੇ ਉਹਨਾਂ ਨੂੰ ਤੂੰ ਸੁਧਰਮੇ, ਉਹਨਾਂ ਨੂੰ ਧਰਮ, ਉਹਨਾਂ ਦੀ ਸਭਾ ਦੇ ਵਿੱਚ ਵੀ ਤੂੰ ਹੈ ਜੀ। ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸ਼ਾਹ ਸ਼ਾਹ, ਨਮੋ ਭੂਪ ਭੂਪੇ। ਰੋਗਾਂ ਦਾ ਹਰਤਾ ਵੀ ਹੈ। ਰੋਗੰ ਤੇ ਅਰ ਸੋਗੰ ਤੇ ਜਲ ਜੋਬਨ ਤੇ ਬਹੁ ਭਾਂਤ ਬਚਾਵੈ। ਸ਼ਸਤਰ ਅਨੇਕ ਚਲਾਵਤ, ਘਾਵ ਤਉ ਤਨ ਏਕ ਨਾ ਲਾਗਤ ਪਾਵੈ। ਰੱਖਣ ਵਾਲਾ ਰਾਖਤ ਹੈ ਆਪਣੋ ਕਰ ਦੇ ਕਰ, ਪਾਪ ਸਮੂਹ ਨਾ ਭੇਟਨ ਪਾਵੈ। और की बात कहाँ कह कोसो, सो पेट ही के पट बीच बचावे। किवें के रखण वाला है वाहिगुरू तू हर थां दे, हर, क्योंकि रोग कल्ला शरीर नूं आउण वाला थोड़ी है। 3 रोगां दा जिक्र कीता, तीने ताप निवारण हारा, दुखंता सुख रास, और कई ताती वाव न लगी, पार ब्रह्म शरणाई चौगिरद हमारा, राम कार दुख लगै ना भाई। किन्ने क रोग ने महाराज कहते ना, हे प्राणनाथ गोबिंदा है कृपा निधान जगत गुरु, हे संसार ताप हरना करुणा मैं सब दुख हरो। सारे संसार दे रोग भी हरन वाला तू है वाहिगुरू। नमो नमस्कार है रोग हरता। नमो राग रूपे, राग पहला भी बेनती की सी, प्रेम नूं राग क्या, तेरा नाम ही वाहिगुरू प्रेम है। तू है ही प्रेम का मुजस्मा। कदी तू कौड़ा नहीं बोलता, कदी तू ते फिर औगण भी नहीं चितारदा। जिथे दुश्मनी होए, जिथे ईरखा होए, ਉੱਥੇ ਔਗਣਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਉਹਦੇ ਵਿੱਚ ਇਹ ਮਾੜਾ, ਇਹ ਮਾੜਾ, ਪਰ ਤੂੰ ਹੈ ਵਾਹਿਗੁਰੂ ਰਾਗ ਰੂਪ। ਤੂੰ ਸਾਡੇ ਕਪਟ ਨਹੀਂ ਦੇਖਦਾ। ਲਟੁਰੀ ਮਧੁਰੀ ਠਾਕੁਰ ਭਾਈ, ਉਹ ਸੁੰਦਰ ਹਰ ਢੁੱਲ ਮਿਲੀ। ਸਾਨੂੰ ਟੇਡੇ ਵਿੰਗੇ ਟੇਡੀਆਂ ਜੂਨਾਂ ਵਾਲੇ ਕਰਮ ਕਰਨ ਵਾਲਿਆਂ ਨੂੰ ਵੀ, ਭੈੜਿਆਂ ਨੂੰ ਵੀ ਤੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਇਸ ਕਰਕੇ ਤੂੰ ਪ੍ਰੇਮ ਦਾ ਰੂਪ ਹੈ। ਨਮਸਕਾਰ ਹੈ। ਨਮੋ ਸ਼ਾਹ ਸ਼ਾਹਾਂ, ਸ਼ਾਹਾਂ ਦਾ ਸ਼ਾਹ ਹੈ, ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਭੂਪ, ਭੂਪੇ ਦਾ ਮਤਲਬ ਬਾਦਸ਼ਾਹ, ਰਾਜੇ, ਰਾਜਿਆਂ ਦਾ ਵੱਡਾ ਰਾਜਾ। ਭੂਪ ਤੇ ਵੀ ਰਾਜਿਆਂ ਨੂੰ ਆਖਿਆ। ਮਹੀਪ, ਮਹੀਪ ਵੀ ਰਾਜਾ ਹੈ, ਭੂਪ ਵੀ ਰਾਜਾ ਹੈ।
ये सारे लफ्ज़ संस्कृत ते ब्रिज भाषा दे ने। वाहिगुरू तू वड्डे तो वड्डा है, सारियां ताकतां दा मालक है जे। नमो दान दाने, नमो मान माने, नमो रोग रोगे, नमस्तं स्नान। दाना तो दाना वड्डा तू है, दाता है तू। भिखारियां नूं भी देण वाला है ते जेड़े दान दिंदे ने उन्हां नूं भी देण वाला तू है। वड्डा दाना विचों दाना है तू। इनू दानिशमंद भी अर्थ कीते ने संप्रदाय ने कि दान जेड़ा दानिशमंद लफ्ज़ है वो सियाणे नूं आख्या, दानिश लफ्ज़ आख्या, सियाणे तो सियाणा भी आख्या या सब तो समझदार आख्या। दाना विचों दाना, दान देण वाला भी तू है। नमो मान माने, मान दो रूप दे विच आया। मन्नने लोग, मन्नण वाले लोग जेड़े ने, जेड़े मन्ने पर मन्ने लोग ने, उन्होंने भी तैनूं मन्निया। दूसरा माने लफ्ज़ तुसी चंद्रमा लई भी पढ़ोगे इस बाणी विच। जाप साहब च माने लफ्ज़ चंद्रमा लई भी आया। चंद्रमा नूं रोशनी रोशन करन वाला, चाननी देण वाला सी कोई चंद्रमा दे पुजारी नहीं। उहनूं पूजना है जिन्हें चंद्रमा नूं भी बनाया, जिहदे लई चंद्रमा एक तुच्छ जा कख भी नहीं है। भाव के मन्नण वालियां नूं भी तू ही मन्निया गया, भाव तूनूं मन्निया। नमो रोग रोगे, वाह वाह वाह। तन नूं रोग लगदा है ते तू रोग नूं भी रोग लग सकदा है, तू रोग नूं भी रोग लगा सकदा है। हुण रोग नूं रोग लगाउणा की है? एक तन विच रोग लग्या ते बैक्टीरिया आई रोग दे, फिर उस रोग नूं खत्म करन वास्ते असीं एंटी बैक्टीरियल दवाई लई। वो भावें एंटी बैक्टीरियल सी पर उस लगे हुए रोग दे वास्ते ते वो रोग सी ना। इनू समझियो, लगे हुए रोग नूं भी रोग बन के खत्म करदा है तू। इस करके नमो रोग रोगे तेनू नमस्कार है कि रोग नूं भी रोग बन के खत्म कर देना। एंटी बैक्टीरियल असीं एंटी बैक्टीरिया या कुछ भी लैंदे आ, दवाई लैंदे आ, वो कीटाणु नूं खत्म करन वास्ते, वो कीटाणुआं वास्ते वो रोग बन जाते हैं कि वो बीमारी खत्म कर देंगे रोगां नूं। इस करके जिथे तू रोग लगन वाला आप ही है, उत्थे रोगां नूं भी खत्म करन वाला तू है। इत्थे रोग रोगे का मतलब है रोगां दा नाश करन वाला, हे सब कुछ करन वाला। शरीर स्वस्थ खीण समय सिमरंत नानक, राम दमोदर माधवे तू है। नमस्तंग इशनानंग, ते सारियां इशनाना भाव पवित्र दी, पवित्रता दी इत्थे इशारा है। जिस तरह असीं इशनान करके अपने आप नूं साफ सुथरा पवित्र ते उद्दम बिल्कुल चढ़दी कला वाला आलस दूर हो जाता है, इस तरह पवित्र तो पवित्र रूप नूं गुरु गोबिंद सिंह साहब जी ने इशनानंग लफ्ज़ वरतिया है कि सब तो पवित्र भाव कि दुनिया नूं ते रोग लग सकता है पर तू इशनानंग है, तू सदा पवित्र है जे। नमो मंत्र मंत्रं, नमो जंत्र जंत्रं, नमो इष्ट इष्टे, नमो तंत्र तंत्रं। मंत्रां विचों परम मंत्र तेरा है वाहिगुरू। सारे मंत्र जिन्ने भी मंत्र इत्थे, भावें कोई गायत्री मंत्र पढ़े, महामंत्र पढ़े, किन्ने क मंत्र इत्थे असीं मूल मंत्र भी पढ़ते हैं, एक ओंकार तो लैके गुरप्रसाद असीं वाहिगुरू गुर मंत्र भी पढ़ते हैं, किन्ने सारे। एक इशारा है पर ये सारे मंत्र आए कित्थों वाहिगुरू? ये तेरे विचों आए, ये तू देण वाला है। ओंकार ब्रह्मा उत्पत्त, ओंकार किया जिन चित, ओंकार वेद निर्मय, ओंकार सैल युग भए, ओंकार वेद निर्मय कि जिन्ना ज्ञान निर्मय है, जिन्ना ज्ञान आया गुरु नानक साहब दखणी ओंकार दे विच कहंदे ये वाहिगुरू तेरे विचों ही निकलिया। इनू गुरु गोबिंद सिंह साहब कहंदे मंत्रां दा मंत्र है। जंतर कोई 12वां जंतर, कोई 17वां जंतर, बड़े जंतर बारे पढ़िया भी तो सुनिया भी है। कोई तवीतां दे विच लिख के जंतर पा दिंदे आ, कोई किसी रूप दे विच। उन्हां जंतरां दे विच भी ताकत तू है, पर याद रखियो दुनिया दे लोको, मंत्रां विचों महामंत्र वाहिगुरू दा ही है ते जंतरां विचों महाजंतर वाहिगुरू दा ही है। दुनिया दे ना कोई मंत्र ते ना कोई जंतर चल सकदे ने जिथे वाहिगुरू दा नाम होए। इस करके मंत्र मंत्रंग आ गया। मंत्रां दा महामंत्र वो है ते जंतरां दा महाजंतर वो है। जंत्र जंतरंग नमो इष्ट इष्टे, इष्ट कहंदे विश्वास करने वाले भी फलाणे दा इष्ट कौन है, कोई फलाणे नूं फलाणा इष्ट मनदा है, उहदा इष्ट, इष्टां दा भी इष्ट है। जिन्नू दुनिया मनदी है, भावें कोई भी होए 33 करोड़ां विचों, भावें कोई भी होए इस धरती ते, उहदा भी इष्ट तू है वाहिगुरू, उहनूं भी बनाउण वाला तू है। नमो तंत्र तंत्रंग, तंत्रां विचों भी बड़े तंत्रा, तुसी तंत्रा लफ्ज़ जिहड़े बड़ियां किताबां लिखियां होईयां तंत्र विचों। तंत्र की हुंदी है जी? न्यूमैरिक गेम भी तंत्रा विचों आउंदी है, न्यूमरोलॉजी भी उहदे विचों निकलदी है, बड़ा कुछ है। जादू टूनिया की गल निकलती है। दुनिया के तंत्र एक पासे वाहिगुरू जिथे तेरा नाम आ जाए, तैनूं इसलिए नमस्कार है
ਤੰਤਰਾਂ ਵਿੱਚੋਂ ਮਹਾਤੰਤਰ ਤੇਰਾ ਤੰਤਰੰ, ਸਭ ਕੁਝ ਸਭ ਤੋਂ ਮਹਾਨ ਤੂੰ ਹੈ, ਸਭ ਕੁਝ ਬਣਾਉਣ ਵਾਲਾ ਵਾਹਿਗੁਰੂ ਤੂੰ ਹੈ। ਨਮਸਕਾਰ ਹੈ ਦੀ। ਸਦਾ ਸਚਿਦਾਨੰਦ ਸਰਬੰ ਪ੍ਰਣਾਸੀ, ਅਨੂਪੇ ਅਰੂਪੇ ਸਮਸਤੁਲ ਨਿਵਾਸੀ। ਖੂਬਸੂਰਤੀ ਇਹ ਹੈ ਸਦਾ ਸੱਚ ਦਾਨੰਦ। ਇਹ ਕਿੰਨਾ ਸੋਹਣਾ ਲਫ਼ਜ਼ ਬਣਾਇਆ ਹੈ ਗੁਰੂ ਪਾਤਸ਼ਾਹ ਨੇ। ਸਤ ਚਿੱਤ ਆਨੰਦ, ਇਹਦੇ ਵਿੱਚ ਤਿੰਨੋਂ ਪਈਆਂ ਹੋਈਆਂ ਚੀਜ਼ਾਂ। ਸਤ ਚਿੱਤ ਆਨੰਦ ਨੂੰ ਸੱਚ ਦਾਨੰਦ ਬਣਾ ਦਿੱਤਾ। ਸੱਚ ਚਿੱਤ ਆਨੰਦ, ਕਿ ਵਾਹਿਗੁਰੂ ਤੂੰ ਸਤ ਵੀ ਹੈ ਚਿੱਤ ਵੀ ਹੈ, ਭਾਵ ਕਿ ਤੂੰ ਹੀ ਸਭ ਦਾ ਧਿਆਨ ਆਕਰਸ਼ਿਤ ਕਰਨ ਵਾਲਾ ਹੈ। ਤੇ ਜਿਹੜਾ ਤੇਰੇ ਵਿੱਚ ਚਿੱਤ ਜੋੜੇ ਤੇ ਉਹ ਕਹਿੰਦਾ ਆਨੰਦ ਹੈ, ਫਿਰ ਭਰਮ ਆਨੰਦ ਹੈ। ਸਦਾ ਸੱਚ ਦਾ ਆਨੰਦ, ਇਹ ਲਫ਼ਜ਼ ਸਭ ਤੋਂ ਯੂਨੀਕ ਹੈ ਜੀ। ਇਹ ਅੱਜ ਤੱਕ ਤੁਸੀਂ ਕਿਤੇ ਨਹੀਂ ਪੜ੍ਹਿਆ ਹੋਏਗਾ। ਜਿੰਨੇ ਵੀ ਗ੍ਰੰਥਾਂ ਵਿੱਚ ਵੇਦਾਂ ਵਿੱਚ ਲਫ਼ਜ਼ ਆਏ ਨੇ ਸਤ ਚਿੰਤ ਆਨੰਦ ਹੀ ਆਇਆ, ਵੱਖਰਾ ਵੱਖਰਾ। ਸਤ ਚਿੱਤ ਆਨੰਦ ਹੈ ਰੱਬ, ਪਰ ਸੱਚ ਦਾ ਆਨੰਦ, ਆਹਾ ਸੱਚ ਵੀ ਆ ਗਿਆ, ਚਿੱਤ ਵੀ ਆ ਗਿਆ, ਤੇ ਦਾਨੰਦ ਆਨੰਦ ਵੀ ਆ ਗਿਆ। ਸਰਬੰਗ ਪ੍ਰਣਾਸੀ, ਸਾਰਿਆਂ ਨੂੰ ਵਿਨਾਸ਼ ਕਰਨ ਵਾਲਾ ਵੀ ਤੂੰ ਹੈ। ਪ੍ਰਣਾਸੀ ਦਾ ਅਰਥ ਪਰਲੋ ਲਿਆਉਣ ਵਾਲਾ ਵੀ ਤੂੰ ਹੈ, ਫਨਾ ਕਰਨ ਵਾਲਾ ਵੀ ਤੂੰ ਹੈ। ਕਿ ਵੱਡਿਆਂ ਵੱਡਿਆਂ ਨੂੰ ਤੂੰ ਬਣਾ ਦਿੰਦਾ। ਹਰਨਾਕਸ਼ ਵਰਗੇ ਉਦਾਹਰਣ ਲਿਆ ਸੀ, ਰੋਜ਼ ਪੜ੍ਹਦੇ ਹਾਂ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਤੂੰ ਵਾਹਿਗੁਰੂ ਪ੍ਰਣਾਸੀ, ਸਾਰਿਆਂ ਨੂੰ ਫਨਾ ਕਰਨ ਵਾਲਾ, ਨਾਸ਼ ਕਰਨ ਵਾਲਾ। ਅਨੂਪੇ ਅਨਊਪ, ਤੇਰੀ ਉਪਮਾ। ਅਰੂਪੇ, ਤੇਰੇ ਅਰੂਪ ਦਾ ਮਤਲਬ ਹੈ ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਇੱਕ ਵਚਨ ਆਉਂਦਾ ਕਿ ਤੂੰ ਕਿੰਨਾ ਕੁ ਉੱਚਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰਾ। ਅਨੂਪ ਹੈ ਤੇ ਅਰੂਪ ਹੈ। ਸੁਹਾਵੀ ਕੌਣ ਸੁਵੇਲਾ, ਜਿਤ ਪ੍ਰਭ ਮੇਲਾ। ਲਾਖ ਭਗਤ ਜਾਕੋ ਆਰਾਧੇ, ਲਾਖ ਤਪੀਸਰ ਤਪ ਹੀ ਸਾਧੇ। ਲਾਖ ਜੋਗੀਸਰ ਕਰਤੇ ਜੋਗਾ, ਲਾਖ ਭੋਗੀਸਰ ਭੋਗੈ ਭੋਗਾ। ਕੋਈ ਤਾਂ ਵੀ ਇੰਨਾ ਕੁਝ ਕਰਕੇ ਤੇਰਾ ਇੱਕ ਤਿਲ ਵੀ ਕਿਸੇ ਨੂੰ ਠਿਕਾਣਾ ਮਹਿਲ ਨਹੀਂ ਲੱਭਿਆ। ਇਹ ਸਾਰਾ ਕੁਝ ਕਰਕੇ, ਇਸ ਕਰਕੇ ਉਪਮਾ ਤੋਂ ਰਹਿਤ ਤੇ ਰੂਪ ਬਿਆਨ ਕਰਨ ਤੋਂ ਪਰਾਂ। ਅਨੂਪ ਤੇ ਅਰੂਪ, ਅਨਊਪ ਉਪਮਾ ਰਹਿਤ, ਅਰੂਪ ਰੂਪ ਰਹਿਤ। ਸਮਸਤੁਲ, ਸਭ ਦੇ ਵਿੱਚ ਨਿਵਾਸ ਕਰਨ ਵਾਲਾ ਹੈ। ਤੇ ਤੈਨੂੰ ਜੇ ਕੋਈ ਖੋਜਣ ਜਾਏ ਕਿ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਤੁਹਾਡੇ ਰੂਪਾਂ ਵਿੱਚੋਂ ਹੀ ਰੂਪ ਬਣ ਕੇ ਉਹ ਟਿਕਿਆ ਹੋਇਆ ਵਾਹਿਗੁਰੂ, ਸਭ ਦੇ ਅੰਦਰ ਅਰੂਪ ਸਮਸਤੁਲ ਨਿਵਾਸੀ ਹੈ ਜੀ। ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ, ਅਧੋ ਉਰਧ ਅਰਧੰ ਅਗੰ ਓਗ ਹਰਤਾ। ਸਦਾ ਹੀ ਸਿੱਧ ਦਾ, ਸਿੱਧੀਆਂ ਦਾ ਮਾਲਕ, ਬੁੱਧ ਦਾ, ਬੁੱਧੀਆਂ ਦਾ ਦਾਤਾ ਦੇਣ ਵਾਲਾ, ਬ੍ਰਿਧ ਕਰਤਾ, ਬ੍ਰਿਧ ਦੇਣ ਵਾਲਾ। ਵੈਸੇ ਇਹਦੇ ਵੀ ਬੜੇ ਅਸੀਂ ਅਰਥ ਪਿੱਛੇ ਵੀ ਪੜ੍ਹ ਕੇ ਆਏ ਹਾਂ ਜੀ। ਬ੍ਰਿਧ ਕਰਤਾ ਦਾ ਵੈਸੇ ਤੇ 2-3 ਅਰਥ ਬਣੇ ਨੇ, ਵਿਦਵਾਨਾਂ ਨੇ ਆਪਣੇ ਆਪਣੇ ਬਣਾਏ ਨੇ। ਪਰ ਕਿਉਂਕਿ ਮਜ਼ਮੂਨ ਜਿਹੜਾ ਚੱਲਦਾ ਉਸ ਮਜ਼ਮੂਨ ਦੇ ਅਰਥ ਨੂੰ ਅਸੀਂ ਸਮਝ ਜਾਈਏ ਤੇ ਤਾਂ ਫਿਰ ਸਾਡਾ ਇਹ ਉਪਰਾਲਾ ਕੀਤਾ ਹੋਇਆ ਇਹ ਸਾਡਾ ਸਫਲ ਹੋਏਗਾ। ਹੁਣ ਪਿੱਛੇ ਪੜ੍ਹ ਕੇ ਆਏ ਸਾਂ, ਨਮੋ ਰਾਜ ਰਾਜੇਸ਼ਵੰ ਪਰਮ ਬ੍ਰਿਧੇ। ਬ੍ਰਿਧੇ ਦਾ ਮਤਲਬ ਉੱਥੇ ਸੀ ਰਾਜ ਨੂੰ ਵ੍ਰਿੱਧੀ ਕਰਨ ਵਾਲਾ, ਰਾਜ ਨੂੰ ਵਧਾਉਣ ਵਾਲਾ। ਪਿੱਛੇ ਜਿਹੜਾ ਬ੍ਰਿਧੇ, ਇੱਥੇ ਹੈ ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ। ਇੱਥੇ ਬੁੱਧੀ ਤੇ ਸਿੱਧੀ ਵੀ ਦੇਣ ਵਾਲਾ ਹੈ, ਪਰ ਸਿੱਧੀ ਬੁੱਧੀ ਨੂੰ ਵਾਧਾ ਦੇਣ ਵਾਲਾ ਵੀ ਵਾਹਿਗੁਰੂ ਤੂੰ ਹੈ, ਤੇਰੇ ਤੋਂ ਬਿਨਾ ਕੋਈ ਹੋਰ ਨਹੀਂ। ਇਹਦਾ ਇੱਕ ਅਰਥ ਇਹ ਲਿਆ। ਬ੍ਰਿਧ ਦਾ ਮਤਲਬ ਤੇਰਾ ਬਿਰਦ ਵੱਡਾ ਹੈ, ਕਿ ਤੂੰ ਪੈਜ ਰੱਖਣ ਵਾਲਾ ਵੀ ਹੈ, ਕਿ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਇਹਦੇ ਇਹ ਵੀ ਅਰਥ ਕੀਤੇ ਨੇ ਬ੍ਰਿਧ ਕਰਤਾ ਦੇ। ਪਰ ਇਹਦੇ ਦੋਨੋਂ ਅਰਥਾਂ ਵਿੱਚੋਂ ਤੁਸੀਂ ਬ੍ਰਿਧ ਵਾਧਾ ਕਰਨ ਵਾਲਾ ਵੀ ਲਓ, ਕਿ ਵ੍ਰਿੱਧੀ ਦੇਣ ਵਾਲਾ ਵੀ ਤੂੰ ਹੈ। ਅਧੋ ਉਰਧ ਅਰਧੰ, ਅਧੋ ਦਾ ਮਤਲਬ ਹੈ ਅਸਮਾਨ, ਉਰਧ ਦਾ ਮਤਲਬ ਹੈ ਜ਼ਮੀਨ, ਅਰਧੰ ਦਾ ਮਤਲਬ ਹੈ ਵਿਚਕਾਰ। ਕੋਈ ਐਸੀ ਥਾਂ ਦੱਸੋ ਜਿੱਥੇ ਤੂੰ ਨਹੀਂ ਹੈ। ਤੂੰ ਸਾਰੀ ਥਾਂ ਹੈ, ਸਾਰੀ ਥਾਵਾਂ ਦੇ ਉੱਤੇ ਵੀ ਤੂੰ, ਥੱਲੇ ਵੀ ਤੂੰ, ਤੇ ਵਿਚਕਾਰ ਵੀ ਤੂੰ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰਾ, ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸ਼ਨ ਜਗਦੀਸ਼ਰਾ। ਇਸ ਕਰਕੇ ਮਹਾਰਾਜ ਜੀ ਤੂੰ ਐਸਾ ਹੈ ਜਿਹੜਾ ਸਭ ਥਾਂ ਤੇ ਹੈ ਵਾਹਿਗੁਰੂ। ਅਧੋ ਉਰਧ ਅਰਧੰ, ਉੱਤੇ ਵੀ ਥੱਲੇ ਵੀ, ਵਿੱਚ ਅਰਧੰ ਦਾ ਮਤਲਬ ਵਿਚਕਾਰ। ਅਘੰਗ ਓਗ ਹਰਤਾ, ਅੱਗ ਕਹਿੰਦੇ ਪਾਪਾਂ ਨੂੰ, ਓਗ ਕਹਿੰਦੇ ਖਿੱਚ ਲੈਣਾ। ਕਹਿੰਦੇ ਇਸ ਧਰਤੀ ਤੇ ਜਿੰਨੇ ਪਾਪ ਕਰਨ ਵਾਲੇ ਨੇ
ਤੇ ਤੂੰ ਸਾਰਿਆਂ ਦੇ ਪਾਪਾਂ ਨੂੰ ਫਨਾ ਕਰਨ ਵਾਲਾ ਹੈ। ਇੱਕ ਖਿੰਨ ਦੇ ਵਿੱਚ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਤੂੰ ਹੈ ਜੀ। परं परम परमेश्वरं प्रोच्छ पालं सदा सर्वदा सिद्धदाता दयालं। परम परम परमेश्वरं, वाह वाह वाह, परम परम परमेश्वरं है, परम तो परम है। तेरी उपमा अपरंपार, जिन्हों कहते ना अपरंपार वाहिगुरु, परम परम परमेश्वरं, तू परम परमेश्वर है। प्रोच पालंग, प्रोच का मतलब है दिखदा नहीं, जिहड़ी अखां तो अखां दी रोशनी ताकत दे विच जिहड़ा ना आए ना, उहनूं प्रोच कहंदे, छिपिया होया कि बाकी कित्थे बैठ के तू कला वरता ते रिहा है, पर पालना तू सब दी कर रहा है, पर कित्थे बह के कर रहा वाहिगुरू तू। सो दर तेरा केहा सो कर केहा, जित बह सर्ब संभाले, जिथे बह के तू, पर तू प्रोच है। अखां दी नेत्रां दी ताकत तो देखनी तो परां है, सब दी पालना करदा है, सदा सर्बदा सिद्ध दाता दयालंग, सारियां नूं देण वाला है, सब नूं भरन वाला है, सदा ही देना है तू, सब नूं देण वाला है। इत्थे ते जान को देत, अजान को देत, जमीन को देत, जमान को दे है, देण वाला है। सिद्ध दाता, सिद्धियां दा दाता है, ते दयालु वाहिगुरू तू ही एक दयालु है। बाकी इत्थे असी कोई दयालु नहीं, असी अपनी अपनियां गरजां करके अपने अपने रूप दे विच किसी दे नाल सिंपथी करदे हां ते किसी दे नाल बैर विरोध करदे हां, पर वाहिगुरू तैनूं नमस्कार, तू दयालंग है जी। अच्छेदी अपेदी अनामं अकामं समस्तो पराजी सत समस्तस्त तामं। खूबसूरत है कि तैनूं कोई छेद नहीं सकदा, ख़त्म नहीं कर सकदा। बहुत ख़त्म करन आए, बहुत आए, तेरे तो वर प्राप्त करके भी किन्ने क असी बाणी विच किन्ना कुछ पढ़ के आए भाई, किन्ने दैंतां दा पढ़ के आए, किन्ने देवतियां दा पढ़ के आए, किन्नियां दा असी पढ़ के आए। किन्ना क पसारा है गुरु ग्रंथ साहब जी दी बाणी दे विच भी, जिन्ने देवी देवते जां किन्ना कुछ, ये पूरन गुरु ग्रंथ साहब जी दे दर्शन करके पता लग्या किन्ना कुछ पिया होया। पर असल गल है, भावें तेरे तो ताकतां लैके बंदा कहे मैं हुण सब कुछ हो गया, पर तैनूं कोई छेद नहीं सकदा। तू अछेदी है, अभेदी है, कोई भेद नहीं सकदा, तेरा भेद नहीं प्राप्त कर सकदा। अनामंग, कोई नाम तेरा नहीं है एक भी कि तैनूं कोई बुला ले कि नहीं तो हुण मेरे कोल आ, मैनूं तेरा नाम पता लग गया, तेरा नाम पता लग गया भी तेरा। जिस पशुआं दे विच इह हुंदा है कि पशु काबू करन वास्ते, पशु बिरती काबू करन वास्ते ते उहदा नाम पहलां पता होना चाहिए। जद कुत्ते नूं ट्रेनिंग कराउण वास्ते लैके जाइए ना, मैनूं खिमा बख्शो, सिर्फ थोड़ा जिहा उदाहरण 1 मिनट दा लै रहा, पहलां उहदा ट्रेनर पुछदा इहदा नाम की रखिया, क्योंकि इहनूं बुलाया इहदे नाम तो जाना है, नाम तो बिना इहनूं काबू भी नहीं किया जा सकदा। पशु बिरती, कोई बिरती, इंसानां दे भी सब दे नाम ने जी, सब दे नाम वखरे वखरे रखे हुए ने, सब नूं उहदे नाम तो बुलाया जाता है। स्कूलों के विच, कॉलेजों के विच साडे नाम तो ही साडी हाज़री है, कोई साडी हाज़री नहीं भर सकता, क्योंकि नाम की बड़ी महिमा है, नाम की बड़ी उस्तत है, नाम की बड़ी ताकत है, नाम की होंद है भाई। पर सच्ची मुच्ची तेरा नाम होए तो तैनूं बुला लीए ना, एक नाम होए तो साडे कोल दावा हो जाए कि मैनूं तेरा नाम पता है। नहीं, अनामंग अकामंग, कि कर्मां तो कामनावां तो परां दुनिया सारी भुखी है, सब नूं कामनावां है, समस्तो पराजी, ते सब नूं ताकत दे के जे कोई कहे सानूं कोई हुण मार नहीं सकदा, सारे आखो जी जले हरी थले हरी। हरनाकश ने कहा सी ना, सारे को अपने पुत्र नूं भी कहा सी, तू भी आख जले हरी थले हरी, उगे हरी उबे हरी, सारी थां हरी है, सब थां हरी है, कि सब थां दे विच। पर वो कहंदा नहीं 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 छोड़ू रे बाबा, राम नाम मेरू और पढ़न स्यों नहीं काम। जिन्हां नूं ये होमे हो जांदी है ना, सानूं कोई नहीं हुण मार सकदा। समस्तो पराजी, सारियां नूं पराजय करने वाला वो वाहिगुरू है, जे वो चाहे समस्त अस्त धामन, समस्त अस्त है, सारियां दा थां हर एक हिरदे विच भी वसन वाला वो है। सारे धाम उहदे ने, उहदा कोई एक कोई खास घर नहीं है, बाकी सारे उहदे ने। आओ जी एक छोटा जिहा छंद अगे, तेरा जोर चाचरी छंद सरवण करिए जी। तेरा जोर चाचरी छंद, जले है थले है अपीत है अपे है। तेरा जोर, जिस तरह तो प्रसाद पढ़ के आया, तुहाडी किरपा, इसी तरह तेरा जोर, तेरी ताकत। बड़े सोहने लफ्ज़ ने, बनतर कोई यदि एवें आम जी नहीं है। तेरा जोर वाहिगुरू, तेरे जोर स्यों गूंगा बोलत, ये भी आया होया, तुसी पढ़ोगे जब तुसी होर लिखतां वल जाओगे ना, साडी संप्रदाई लिखतां, साडियां इतिहासक लिखतां, ते साडे
ਸਿੱਖਾਂ ਨੇ ਵੀ ਕਈ ਇਤਿਹਾਸਕ ਲਿਖਤਾਂ ਲਿਖੀਆਂ ਨੇ, ਉਹਨਾਂ ਨੇ ਗੁਰੂ ਸਾਹਿਬ ਨੂੰ ਕਾਪੀ ਕੀਤਾ। ਤੇਰਾ ਜ਼ੋਰ ਤੇ ਉਹਨਾਂ ਨੇ ਲਿਖਿਆ, ਕਿਉਂਕਿ 52 ਕਵੀ ਵੀ ਸਨ। ਤੇਰੇ ਜ਼ੋਰ ਸਿਓ ਗੁੰਗਾ ਬੋਲਤ ਹੈ, ਇਹ ਵੀ ਲਿਖਿਆ ਹੋਇਆ। ਅੱਛਾ, ਤੁਸੀਂ ਜਦ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋਗੇ ਨਾ, ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਦ ਪੂਰਨ ਸਰੂਪ ਲਿਖ ਲਿਆ ਜਾਂਦਾ ਸੀ ਤੇ ਉਹ ਥੱਲੇ ਲਿਖਿਆ ਜਾਂਦਾ ਸੀ, ਵਾਹਿਗੁਰੂ ਇਹ ਤੇਰੇ ਜ਼ੋਰ ਨਾਲ ਹੋਇਆ, ਕੋਈ ਮੇਰੀ ਹੁਜਤ ਨਾਲ ਨਹੀਂ ਹੋਇਆ। ਤੇ ਕਈ ਬਕਾਇਦਾ ਸ਼ਬਦ ਵੀ ਲਿਖਦੇ ਸਨ। ਕੋਈ ਕਬੀਰ ਸਾਹਿਬ ਦਾ ਪਦਾ ਲਿਖਦੇ ਜਿਸ ਕਿ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੇ, ਜਾਂ ਕੋਈ ਭਗਤ ਸਦਨਾ ਜੀ ਦਾ ਕਿ ਮੈਂ ਨਾਹੀ ਕਛ ਹਉ ਨਾਹੀ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇਹੀ ਵਾਹਿਗੁਰੂ ਜੀ ਦੀ ਉਸ ਤਾਕਤ ਨੂੰ ਸਾਨੂੰ ਬਾਰ-ਬਾਰ ਚੇਤੇ ਕਰਾ ਰਿਹਾ ਕਿ ਭਲਿਆ ਤੂੰ ਕਿੱਥੇ ਭੁੱਲ ਨਾ ਜਾਈਂ ਕਿ ਤੇਰਾ ਕਿੱਥੇ ਜ਼ੋਰ ਚੱਲ ਰਿਹਾ, ਕਿ ਮੇਰਾ ਜ਼ੋਰ ਨਹੀਂ ਹੈ, ਜ਼ੋਰ ਤੇਰਾ ਹੀ ਹੈ ਵਾਹਿਗੁਰੂ। ਇਸ ਧਰਤੀ ਤੇ ਹੋਰ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਤੇਰਾ ਜ਼ੋਰ ਚਾਚਰੀ ਛੰਦ, ਇਹ ਚਰਚਰੀ ਛੰਦ 4-4 ਅੱਖਰਾਂ ਵਾਲੀ ਭਾਵਨਾ ਤੋਂ ਪੂਰਾ ਹੁੰਦਾ ਹੈ। ਜਲੇ ਹੈ ਥਲੇ ਹੈ, ਇਹ ਪੂਰਾ ਹੋਇਆ, 4 ਅੱਖਰ ਬਣੇ ਜੱਜਾ, ਤੇ ਉਹਨੂੰ ਬਾਰ-ਬਾਰ ਹੈ ਕਿਹਾ। ਜਲ ਦੇ ਵਿੱਚ ਤੂੰ ਹੈ ਵਾਹਿਗੁਰੂ, ਜਲਾਂ ਸਾਰੇ ਜਲ ਦੇ ਵਿੱਚ ਤੂੰ ਹੈ। ਜਲ ਕਿੰਨੇ ਕਿੰਨੇ ਤਰ੍ਹਾਂ ਦੇ ਹੈ। ਸਮੁੰਦਰ ਦਾ ਪਾਣੀ ਪੀਤਾ ਤੇ ਨਹੀਂ ਜਾ ਸਕਦਾ ਨਾ, ਪਰ ਫਿਰ ਵੀ ਜਲ ਹੈ, ਨਹੀਂ ਪੀਤਾ। ਬਰਸਾਤ ਮੀਂਹ ਵਾਲਾ ਪੈਣ ਵਾਲਾ ਪਾਣੀ, ਉਹ ਵੀ ਜਲ ਹੈ। ਪੀਣ ਵਾਲਾ ਪਾਣੀ ਵੀ ਜਲ ਹੈ। ਪਿਤਾ ਦਾ ਬਿੰਦ ਵੀ ਜਲ ਹੈ, ਮਾਤਾ ਦਾ ਰਕਤ ਵੀ ਜਲ ਹੈ। ਕਿੰਨਾ ਕੁਛ ਜਲ ਹੈ। ਸਰੀਰ ਦੇ ਅੰਦਰ 70% ਪਾਣੀ ਹੈ, ਧਰਤੀ 70% ਪਾਣੀ ਹੈ। ਕਿੰਨਾ ਕੁਛ ਸਤਿਗੁਰੂ ਜੀ ਨੇ ਕਿਹਾ ਕਿ ਉਹ ਰੱਬ ਹੈ ਜਲ ਦਾ ਬਣਾਇਆ, ਭਾਵ ਕਿ ਜਲ ਵੀ ਰੱਬ ਨੇ ਬਣਾਇਆ ਹੈ। ਕਹਿੰਦੇ ਜਲੇ ਹੈ, ਜਲ ਵਿੱਚ ਵੀ ਉਹ ਹੈ, ਪਹਿਲਾ ਪਾਣੀ ਜੀਓ ਹੈ। ਸੁਚੇਤ ਕਰਾ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ, ਬੰਦਿਆ ਜਿਸ ਦਿਨ ਜਲ ਮੁਕਾਤਾ ਨਾ, ਫਿਰ ਤੂੰ ਧਰਨੇ ਲਾ ਕੇ ਪਾਣੀ ਨਹੀਂ ਵਾਪਸ ਮੰਗਵਾ ਸਕਦਾ, ਫਿਰ ਤੂੰ ਅਰਜ਼ੀਆਂ ਨਹੀਂ ਪਾ ਸਕਦਾ, ਫਿਰ ਸੁਪਰੀਮ ਕੋਰਟਾਂ 'ਚ ਕੇਸ ਨਹੀਂ ਲੜੇ ਜਾ ਸਕਦੇ ਕਿ ਰੱਬ ਹੁਣ ਪਾਣੀ ਦੇ ਦੇ ਸਾਨੂੰ, ਇਹ ਸਾਡਾ ਹੱਕ ਬਣਦਾ ਹੈ। ਮਹਾਰਾਜ ਕਹਿੰਦੇ ਉਹ ਹੈ, ਬਚਾ ਲਓ ਇਹਨੂੰ। ਤਾਈਓ ਖਾਕ ਨੂਰ ਕਰਦਮ ਆਲਮ ਦੁਨੀਆਏ, ਅਸਮਾਨ ਜ਼ਿਮੀ ਦਰਖਤ ਆਬ ਪੈਦਾਇਸ਼ ਖੁਦਾਏ। ਗੁਰੂ ਅਰਜੁਨ ਸਾਹਿਬ ਜੀ, ਇਹ ਇਕੱਲਾ ਇਹ ਨਹੀਂ, ਬਾਣੀ ਕਹਿੰਦੀ ਹੈ ਅਸਮਾਨ ਜ਼ਿਮੀ ਦਰਖਤ ਆਬ, ਇਹ ਚਾਰੋਂ ਚੀਜ਼ਾਂ ਅਸੀਂ ਜਾਪ ਸਾਹਿਬ 'ਚ ਪੜਾਂਗੇ। ਅਸਮਾਨ ਦੇ ਵਿੱਚ ਕੀ ਹੈ? ਸੂਰਜ ਚੰਦਰਮਾ ਸਾਰੀ ਤੱਕ। ਜ਼ਮੀਨ ਹਜੇ ਪੜ੍ਹ ਕੇ ਆਏ, ਭਾਨ ਵੀ ਪੜ੍ਹਿਆ, ਚੰਦਰਮਾ ਵੀ ਪੜ੍ਹਿਆ। ਅਸਮਾਨ ਦੀ ਇੱਕ ਨਿਸ਼ਾਨੀ ਹੈ। ਧਰਤੀ ਬਾਰੇ ਵੀ ਪੜ੍ਹਿਆ ਕਿ ਅਧੋ ਉਰਧ ਅਰਧੰਗ, ਉਰਧ ਧਰਤੀ ਨੂੰ ਕਿਹਾ, ਅਗੰਗ ਹੋਗ ਹਰਤਾ ਉਹੀ ਹੈ। ਇਹਦਾ ਉਚਾਰਨ ਦਾ ਧਿਆਨ ਰੱਖਿਓ, ਇਹਦਾ ਉਚਾਰਨ ਬਹੁਤ ਜ਼ਿਆਦਾ ਗਲਤ ਕੀਤਾ ਜਾਂਦਾ ਸਾਡੇ ਤੋਂ, ਬਹੁਤ ਗਲਤ ਕੀਤਾ ਜਾਂਦਾ। ਇਹਦੀ ਪ੍ਰੈਕਟਿਸ ਕਰੋ। ਅਧੋ ਉਰਧ ਅਰਧੰਗ ਜਪੋ ਜੀ, ਅਧੋ ਉਰਧ ਅਰਧੰਗ, ਅਗੰਗ ਅਗੰਗ ਜਪੋ ਜੀ, ਅਗੰਗ ਹੋਗ ਹਰਤਾ। ਇਵੇਂ ਪੜ੍ਹਨਾ ਇਹਨੂੰ, ਐਵੇਂ ਖਿਚੜੀ ਜੀ ਨਹੀਂ ਪਕਾ ਦੇਣੀ ਬਸ ਬੱਦਾ ਚੱਟੀ ਨਹੀਂ। ਇੱਕ ਇੱਕ ਅੱਖਰ ਸਮਝ ਆਏ। ਅਗੰਗ ਹੋਗ, ਅਗੰਗ ਦਾ ਮਤਲਬ ਪਾਪ, ਹੋਗ ਦਾ ਮਤਲਬ ਖਿੱਚ ਲੈਣ ਵਾਲਾ, ਹਰਨ ਵਾਲਾ। ਸਾਰੇ ਓਗ ਦਾ ਮਤਲਬ ਸਾਰੇ ਪਾਪਾਂ ਨੂੰ ਹਰਨ ਵਾਲਾ ਹੈ। ਜਲੇ ਹੈ ਵਾਹਿਗੁਰੂ ਜਲ। ਜਲ ਵੈਸੇ ਵਿਦਵਾਨ ਲੋਕ ਕਹਿੰਦੇ ਆ ਕਿ ਧਰਤੀ ਨੂੰ ਢੱਕਣ ਵਾਲੀ ਚੀਜ਼ ਹੈ। ਇਹਨੂੰ ਜਲ ਨੂੰ ਨਾ ਅਸਲ ਦੇ ਵਿੱਚ ਢੱਕਣ ਦਾ ਪਰਦਾ ਕੱਜਣ ਵਾਸਤੇ ਵਰਤਿਆ ਗਿਆ ਕਿ ਜਿੱਥੇ ਪਾਣੀ ਆ ਜਾਂਦਾ ਧਰਤੀ ਢੱਕੀ ਜਾਂਦੀ ਹੈ। ਜਿੱਥੇ ਨਦੀ ਹੈ, ਹੁਣ ਤਲ ਥੋੜ੍ਹੀ ਦਿਖਦਾ, ਨਦੀ ਨੂੰ ਢੱਕ ਲੈਂਦਾ। ਜਿੱਥੇ ਸਮੁੰਦਰ ਹੈ ਸਾਰੀ ਧਰਤੀ ਢੱਕੀ ਹੋਈ ਹੈ ਜਲ ਨੇ। ਬੜਾ ਕੁਛ ਹੈ ਜਲ ਦਾ। ਹਾਂ, ਗੁਰੂ ਨਾਨਕ ਸਾਹਿਬ ਜੀ ਦੀਆਂ ਜਨਮ ਸਾਖੀਆਂ ਤੁਸੀਂ ਪੜ੍ਹੋਗੇ, ਜਲ ਦਾ ਬੜਾ ਵਿਸਥਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪਾਣੀ ਦਾ ਬੜਾ ਵਿਸਥਾਰ ਕੀਤਾ। ਅੱਛਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਵੈਸੇ ਤਾਂ ਮੈਂ ਹੁਣ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਵੱਲ ਜਾਣਾ ਨਹੀਂ ਚਾਹੁੰਦਾ। ਇੰਨੀਆਂ ਸਾਖੀਆਂ ਬਕਾਇਦਾ ਨਦੀਆਂ, ਪ੍ਰਣਾਲਿਆਂ, ਸਮੁੰਦਰ, ਮਹਾਰਾਜ ਨੇ ਕਿੰਨਾ ਕੁਛ ਉੱਥੇ ਬੈਠ ਕੇ ਬੰਦਗੀ ਇਬਾਦਤ ਕੀਤੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੇਖੋ ਪਾਣੀ ਨਾਲ ਕਿੰਨਾ ਪਿਆਰ ਹੈ। ਸਤਿਗੁਰੂ ਜੀ ਅਨੰਦਪੁਰ ਸਾਹਿਬ, ਉਹ ਸਰਸਾ ਦੇ ਕੰਢੇ ਹੈ, ਸਤਲੁਜ ਦੇ ਕੰਢੇ ਹੈ, ਉੱਥੋਂ ਨਦੀ ਵਗਦੀ ਹੈ। ਮਹਾਰਾਜ ਜੀ ਪਟਨੇ ਜਿੱਥੇ ਪ੍ਰਕਾਸ਼ ਹੋਇਆ, ਉਹ ਗੰਗਾ ਦੇ ਕੰਢੇ ਹੈ, ਪਾਣੀ ਹੈ ਜੀ, ਉੱਥੇ ਹੈ। ਅਨੰਦਪੁਰ ਸਾਹਿਬ ਵਸਾਇਆ ਹੋਇਆ ਹੈ। ਪੌਂਟਾ ਸਾਹਿਬ ਜਿੱਥੇ ਬੈਠੇ, ਉਹ ਜਮਨਾ ਦੇ ਕੰਢੇ ਬੈਠੇ ਸਤਿਗੁਰੂ ਜੀ। ਹਜ਼ੂਰ ਸਾਹਿਬ ਜਿੱਥੇ ਬੈਠੇ, ਉਹ ਗੋਦਾਵਰੀ ਦੇ। ਪ੍ਰੇਮ ਹੈ ਸਤਿਗੁਰ ਦਾ ਜਲ ਦੇ ਨਾਲ, ਕੋਈ ਰਮਜ਼ ਹੈ ਪਾਣੀ ਦੀ, ਕਿਉਂਕਿ ਪਾਣੀ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ। ਤੇ ਬੰਦਗੀ ਇਬਾਦਤ ਉਹ ਨਹੀਂ ਕਰ ਸਕਦਾ ਜਿਹੜਾ ਪਾਣੀ ਤੋਂ ਨਫ਼ਰਤ ਕਰੇ। ਪਾਣੀ ਹੀ ਨਰੋਆ ਕਰਦਾ, ਇਸ਼ਨਾਨ ਕਰਕੇ ਜੀਉ ਹੈ, ਜਿੰਦ ਹੈ, ਜਾਨ ਹੈ। ਇਸ ਕਰਕੇ ਜਲੇ ਹੈ, ਨਮਸਕਾਰ ਹੈ ਉਹਨੂੰ। ਉਹ ਹੈ, ਉਹ ਜੀਵਤ ਹੈ। ਪਹਿਲਾ ਪਾਣੀ ਜੀਓ, ਦੇ ਵਿੱਚ ਵੀ ਉਹ ਜੀਵਤ ਹੈ। ਪਵਨ ਗੁਰੂ ਪਾਣੀ ਪਿਤਾ। ਥਲੇ ਹੈ ਥਲ ਮਾਤਾ, ਧਰਤ ਮਹਤ ਥਲ, ਧਰਤੀ ਵੀ ਤੂੰ ਹੈ। ਅਭੀਤ ਹੈ, ਅਭੇ ਹੈ। ਅਭੀਤ, ਭੀਤ ਦਾ ਮਤਲਬ ਹੁੰਦਾ ਹੈ ਭੈ, ਡਰ, ਦੁਨੀਆ ਨੂੰ ਡਰ। ਇਹਦਾ ਦੂਸਰਾ ਅਰਥ ਕੀਤਾ ਭਿੱਤ ਤੋਂ। ਭਿੱਤ ਕਹਿੰਦੇ ਆ ਭੋਜਨ ਨੂੰ।
ਅਪਿਤ ਜਿਹਨੂੰ ਭੁੱਖ ਨਹੀਂ ਲੱਗਦੀ, ਉਹਦੇ ਇਹ ਅਰਥ, ਪਰ ਇਹ ਸੂਖਸ਼ਮ ਅਰਥ ਨੇ। ਇਸ ਕਰਕੇ ਦਾਸ ਯਤਨ ਕਰ ਰਿਹਾ ਕਿ ਬਹੁਤੇ ਸੂਖਸ਼ਮ ਅਰਥਾਂ ਵੱਲ ਨਾ ਜਾਈਏ, ਕਿਉਂਕਿ ਬੇਅੰਤ ਟੀਕੇ ਲਿਖੇ ਨੇ ਜਿੱਥੇ ਜਾਪ ਸਾਹਿਬ ਦਾ ਬਹੁਤ ਵਿਸਥਾਰ ਹੋਇਆ। ਇਸ ਬਾਣੀ ਨੂੰ ਬਹੁਤ, ਕਿਉਂਕਿ ਇਸ ਬਾਣੀ ਬਾਬਤ ਵੀ ਲਿਖਿਆ ਹੈ ਕਿ ਜੋ ਧਿਆਨ ਲਾ ਕੇ ਇਹ ਕਥਾ ਸੁਣਦਾ ਹੈ ਉਹਦੇ ਦੁੱਖ ਪਾਪ ਵੀ ਨਾਸ਼ ਹੁੰਦੇ ਨੇ। ਖਾਸ ਕਰਕੇ ਇਸ ਕਥਾ ਬਾਰੇ ਸੰਪਰਦਾਇ ਟੀਕਿਆਂ ਦੇ ਵਿੱਚ ਧਿਆਨ ਨਿਤ ਲਾਹੇ ਸੁਣੈ ਜੋ ਕਥਾ ਦੁੱਖ ਪਾਪ ਤੇ ਰਹਿ ਬਥਾ, ਕਿ ਉਹਦਾ ਇਹ ਜ਼ਿਕਰ ਕੀਤਾ ਕਿ ਉਹਦੇ ਦੁੱਖ ਪਾਪ ਵੀ ਨਾਸ਼ ਹੁੰਦੇ ਨੇ। ਅਭੀਤ, ਭੇਤ, ਭੀਤ ਦਾ ਮਤਲਬ ਡਰ ਤੋਂ ਰਹਿਤ ਹੈ। ਅਭੇ, ਜਿਹਦਾ ਕੋਈ ਭੇਤ ਨਾ ਪਾ ਸਕੇ। ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਹੈ। ਇਸ ਕਰਕੇ पूरब ही ले जात, भाव कि तेरे भेद दा कोई जानू नहीं है जी। प्रभु है अजू है आदेश है अपेस है। प्रभु सत्ता जिन्हों असीं कहते हैं प्रभता बड़ी वड्डी है। धरती ते इत्थे जिन्ने भी आउणगे गिणे मिथे समय ਲਈ अपनी प्रभता लैके आउणगे, गिणी मिथी थां दे विच ही अपनी प्रभता दी तूती बजाउणगे। 4 दिन अपनी नौबत चली बजाए, इतनक गठिया कठिया मठिया संग ना कछू लै जाए। पर तेरी प्रभुता प्रभु सदा रहने वाली है, सदा ही रहेगी। अजू है जन्म तो परा है, कि कोई वैसे इनू जू जन्म ते जूनी विच आउणा, पर तू अजू है। आदेश है कि कोई एक देश नहीं जिथे तेरा ठिकाना होए, सारियां विच है। अभेस, ते कोई एक भेस नहीं जिस भेस नू धारण कीतियां कोई दावा करे कि यही रब है, यही रब दा नहीं। सारे भेसां तो तू निर्लेप है। इत्थे समय की समाप्ति है। कल नूं फिर भुजंग प्रयाग छंद की चाल शुरू करांगे। सतगुर ने किरपा की है। 3 दिनों बाद फिर आप संगतां दे दर्शन करन दा सुभाग मिलिया। 3 दिन आप संगतां ने बहुत आनंद माणिया। बड़ी इत्थे लंगर शबद लंगर दियां छैबरां चलियां, दिन रात रहन सबाइयां चलियां। सो सतगुर जी की किरपा दे नाल आप जी ने रस माणिया, अपने मन नूं सरशार किया। कईयां ने आत्मा की तृप्ति की। कई हर तरह के इत्थे गुण गाहक आउंदे गुरु कोल। कोई कीर्तन सुनन आउंदा है, कोई कीर्तनियां नूं सुनन आ रहा सी, कोई मेरे वर्गा लंगर प्रशादा छकण वास्ते भी आ रहा सी, कोई किसी रूप च भी। सो सारिਆਂ ने अपनी अपनी तृप्ति, क्योंकि गुरु घर ही ऐसा है जिहड़ा सब नूं तृप्त, समस्तुल निवासी है। ये सारे निवास जिन्ने भी ने सारियां थावां ते सब नूं देण वाला है। समस्तस्त देवै भी है, ते सब नूं देण वाला भी हर तरह का है। सो नमस्कार सारे गुरमुख प्यारियां दा धन्नवाद, जिन्हां ने सेवावां निभाईयां, सेवावां कर रहे सी, करदे सी, मौजूद सी, अपने अपने तौर पर अपना अपना हिस्सा पा रहे थे। ये समागम वड्डे होंदे ने। 2 साल बाद ये समागम फिर होए। सो सतगुरु जी ने किरपा की है। जो कुछ क्योंकि ये बाणी दे विच जिक्र है, हाँ, क्योंकि जिहड़ा इकट्ठा करदा है ना, वो निखुटदा नहीं है, कदी घटदा नहीं है, वो सदा ही फिर साडे नाल निभदा है। सो सतगुरु जी बख्शिश करन। आप संगतां ने आनंद माणिया। नमस्कार आप सारियां संगतां दे चरनां 'च। सो भुलां चुकां दी खिमा। सारे फतेह बुलाओ, आखो जी वाहिगुरू जी का खालसा, वाहिगुरू जी की फतेह।